ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇਕ ਪ੍ਰਤਾਪੂ ਸਿੱਖ ਚੱਲ ਆਇਓ। ਸਤਿਗੁਰ ਆਗੇ ਸੀਸ ਨਿਵਾਇਓ। ਹਾਥ ਜੋੜ ਅਰਜੀ ਇਮ ਕਹੀ। ਹਮਰੀ ਬ੍ਰਿਤ ਸ਼ਸਤਰ ਕੀ ਅਹੀ। ਇਕ ਪ੍ਰਤਾਪੂ ਸਿੱਖ ਚੱਲ ਆਇਓ। ਸਤਿਗੁਰ ਆਗੇ ਸੀਸ ਨਿਵਾਇਓ। ਹਾਥ ਜੋੜ ਅਰਜੀ ਇਮ ਕਹੀ। ਹਮਰੀ ਬ੍ਰਿਤ ਸ਼ਸਤਰ ਕੀ ਅਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਦੀਨਾ ਬੰਧੂ ਭਗਤ ਵਛਲ ਕਿਰਪਾ ਮਿਹਰਾਮਤਾਂ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ
ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਅੱਜ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਦੀ ਦਇਆ ਕਿਰਪਾ ਮਿਹਰਾਮਤ ਸਦਕਾ ਦਾਵਾ ਅਗਣ ਬਹੁਤ ਤਰਨ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਕਲਯੁਗ ਦੇ ਭਿਆਨਕ ਸਮੇਂ ਅੰਦਰ ਮਨੁੱਖਾ ਦੇਹੀ ਪ੍ਰਾਪਤ ਹੈ, ਅਰ ਨਾਲ ਹੀ ਨਿਤਾ ਪ੍ਰਤੀ ਹਜ਼ੂਰ ਦੇ ਦਰਸ਼ਨ ਦੀਦਾਰ। ਇਸੇ ਤਰ੍ਹਾਂ ਸਾਧ ਸੰਗਤ ਦੀਆਂ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਨੂੰ ਸ਼ਰਵਣ ਕਰਨੀ ਮਿਲ ਰਹੀ ਹੈ। ਜਿਸ ਕਥਾ ਦੇ ਨਾਲ ਸਾਡੇ ਮਨ ਦੀ ਮੈਲ ਨਿਤਾ ਪ੍ਰਤੀ ਧੁੱਪਦੀ ਹੈ, ਆਸੁਰੀ ਸੰਪਦਾ ਦਾ ਨਾਸ਼ ਹੁੰਦਾ ਹੈ, ਦੈਵੀ ਸੰਪਦਾ ਹਿਰਦੇ ਵਿੱਚ ਪ੍ਰਬਲ ਹੋ ਰਹੀ ਹੈ। ਲਾਹਾ ਖੱਟਿਓ ਦਿਹਾੜੀ, ਇਹ ਦਿਹਾੜੀ ਰੂਪ ਮਨੁੱਖੇ ਜਨਮ ਦਾ ਬੜਾ ਭਰਪੂਰ ਆਪ ਸਭ ਸੰਗਤਾਂ ਲਾਹਾ ਪ੍ਰਾਪਤ ਕਰਦੇ ਹੋ। ਕੱਲ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਸ ਜਿਵੇਂ ਜਿਵੇਂ ਸਿੱਖ ਦਰਸ਼ਨ ਦੀਦਾਰ ਕਰਨ ਆਉਂਦੇ ਸਨ ਔਰ ਹਜ਼ੂਰ ਪਾਸੋਂ ਸ਼ੁਭ ਸਿੱਖਿਆ ਉਪਦੇਸ਼ ਪ੍ਰਾਪਤ ਕਰਦੇ ਰਹੇ, ਉਹ ਸਾਰਾ ਪ੍ਰਸੰਗ ਸਿੱਖਾਂ ਦਾ ਸੰਗਤ ਨੂੰ ਤਾਰਨ ਦਾ ਭਾਈ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਇਕੱਠਾ ਕਰਕੇ ਖਾਲਸਾ ਜੀ ਲਿਖਿਆ ਹੋਇਆ ਹੈ। ਰਾਸ ਤੀਸਰੀ ਦੇ ਵਿੱਚ ਪਿੱਛੇ ਕੁਝ ਦਿਨਾਂ ਤੋਂ ਆਪਾਂ ਸਿੱਖਾਂ ਗੁਰਮੁਖਾਂ ਮਹਾਂਪੁਰਖਾਂ ਦੇ ਪ੍ਰਸੰਗ ਵਿਚਾਰੇ। ਜੇ ਇੱਕ ਗੁਰੂ ਕੀ ਸਿੱਖ ਸੁਣੀ, ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਸੁਣੀ, ਮੱਤ ਵਿੱਚ ਰਤਨ ਜਵਾਹਰ ਮਾਣਕ, ਇਹੋ ਜਿਹੇ ਵਡਭਾਗੇ ਬਣੇ ਜਿਨ੍ਹਾਂ ਦੇ ਵਿੱਚ ਸੱਚੇ ਪਾਤਸ਼ਾਹ ਦੇ ਪਾਸ ਬੇਅੰਤ ਸਿੱਖ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ, ਜਿਸ ਵਿੱਚੋਂ ਖਾਲਸਾ ਜੀ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸ ਐਸੇ ਸਿੱਖ ਪਹੁੰਚ ਰਹੇ ਹੈ ਜਿਨ੍ਹਾਂ ਮਹਾਰਾਜ ਨੂੰ ਇਹ ਖਬਰ ਦਿੱਤੀ ਕਿ ਪਾਤਸ਼ਾਹ ਜੀ ਤੁਹਾਡੀ ਸਿੱਖੀ ਸਭ ਪਾਸੇ ਬੜੀ ਫਲੀਭੂਤ ਹੋ ਰਹੀ ਹੈ, ਪਰ ਪਹਾੜੀ ਕਸ਼ਮੀਰ ਇਲਾਕੇ ਦੇ ਜਿਹੜੇ ਕੋਈ ਬ੍ਰਾਹਮਣ ਪਾਂਡੇ ਲੋਕ ਹੈ, ਉਹ ਗੁਰਬਾਣੀ ਪੜ੍ਹਦੇ ਸਿੱਖਾਂ ਨੂੰ ਤਰਕਾਂ ਬੋਲਾਂ ਮਾਰਦੇ ਹੈ, ਹੁਜਤਾਂ ਕਰਦੇ ਹੈ ਕਿ ਦੇਵਤਿਆਂ ਦੀ ਭਾਸ਼ਾ ਸੰਸਕ੍ਰਿਤ ਨੂੰ ਛੱਡ ਕੇ ਆਮ ਸਧਾਰਨ ਬੋਲਚਾਲ ਦੀ ਭਾਸ਼ਾ ਵਿੱਚ ਲਿਆ ਹੋਇਆ ਉਪਦੇਸ਼ ਤੁਹਾਡਾ ਕੀ ਸਵਾਰੇਗਾ, ਕੀ ਉਹ ਦੇਵਤਿਆਂ ਦੀ ਸੰਸਕ੍ਰਿਤ ਤੋਂ ਵੱਡਾ ਹੈ। ਇਸ ਤਰ੍ਹਾਂ ਦੀਆਂ ਹੁਜਤਾਂ ਪਾਤਸ਼ਾਹ ਕਰਦੇ ਹੈ। ਗਰੀਬ ਨਵਾਜ ਦੀਨਾ ਬੰਧੂ ਸੱਚੇ ਪਾਤਸ਼ਾਹ ਜੀਆਂ ਨੇ ਸੁਣ ਕਰਕੇ ਭਾਈ ਮਾਧੋ ਸੋਢੀ ਨੂੰ ਇੱਧਰ ਭੇਜਿਆ ਸੀ, ਜਿੱਥੇ ਜਾ ਕਰਕੇ ਭਾਈ ਮਾਧੋ ਜੀ ਨੇ ਐਸਾ ਪ੍ਰਚਾਰ ਕੀਤਾ, ਵਿਚਾਰਾਂ ਵੀ ਇਹਨਾਂ ਨਾਲ ਕੀਤੀਆਂ, ਬ੍ਰਾਹਮਣਾਂ ਨਾਲ ਦੱਸਿਆ ਕਿ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸੇ ਹੀ ਪਰਮੇਸ਼ਰ ਦਾ ਸਰਗੁਣ ਸਰੂਪ ਹੋਏ ਹੈ, ਜਿਹੜੇ ਪਰਮੇਸ਼ਰ ਦੇ ਸਵਾਸਾਂ ਨੂੰ ਵੇਦ ਮੰਨਦੇ ਹੋ ਤੁਸੀਂ, ਜਾਂ ਜਿਹੜੇ ਵੇਦਾਂ ਨੂੰ ਤੁਸੀਂ ਜਿਸ ਪਰਮੇਸ਼ਰ ਦੇ ਸਵਾਸ ਮੰਨਦੇ ਹੋ ਉਹ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਅਤੇ ਫਿਰ ਇਹਨਾਂ ਆਖਿਆ ਕਿ ਭਾਈ ਸੰਸਕ੍ਰਿਤ ਵਿੱਚ ਸਾਨੂੰ ਉਪਦੇਸ਼ ਚੰਗੇ ਲੱਗਦੇ ਹੈ। ਭਾਈ ਮਾਧੋ ਜੀ ਕਹਿੰਦੇ ਭਾਈ ਤੁਹਾਨੂੰ ਤਾਂ ਸੰਸਕ੍ਰਿਤ ਦੇ ਉਪਦੇਸ਼ ਸਮਝ ਵੀ ਪੈਂਦੇ, ਵਿਦਵਾਨ ਹੋ, ਅਤੇ ਜਿਹੜੇ ਕੋਈ ਅਨਪੜ੍ਹ ਲੋਕ ਸੂਧੇ ਸਾਧੇ ਸੁਭਾਅ ਦੇ, ਉਹ ਹੁਣ ਕੀ ਪਹਿਲਾਂ ਕਾਂਸ਼ੀ ਵਿੱਚ 20-20 ਸਾਲ ਵਿੱਦਿਆ ਪੜ੍ਹਨ ਤੁਹਾਡੇ ਉਪਦੇਸ਼ ਗ੍ਰਹਿਣ ਕਰਨ ਲਈ? ਫਿਰ ਉਹਦੇ ਵਾਸਤੇ ਤੁਸੀਂ ਅਧਿਕਾਰੀ ਵੇਖਦੇ ਹੋ ਵੀ ਕੇਵਲ ਬ੍ਰਾਹਮਣ ਨੂੰ ਹੀ ਵਿੱਦਿਆ ਮਿਲਣੀ ਹੈ, ਛਤਰੀ ਸੁਣ ਸਕਦਾ, ਪੜ੍ਹਾ ਨਹੀਂ ਸਕਦਾ, ਬ੍ਰਾਹਮਣ ਪੜ੍ਹਾ ਵੀ ਸਕਦਾ ਹੈ, ਅਤੇ ਸ਼ੂਦਰ ਵੈਸ਼ ਕੀ ਕਰਨਗੇ? ਇਸ ਤਰ੍ਹਾਂ ਅਤੇ ਦੱਸਿਆ ਵੀ ਜਿਹੜਾ ਕੋਈ ਭੁੱਖ ਲੱਗੀ ਹੋਵੇ ਉਹ ਹੁਣ ਕੀ ਪਹਿਲਾਂ ਆਖੇ ਵੀ ਮੈਂ ਫੇਰ ਖਾਵਾਂਗਾ, ਵੀ ਮੈਨੂੰ ਪਹਿਲਾਂ ਸੋਨੇ ਦਾ ਥਾਲ ਮਿਲੇ। ਭੁੱਖਾ ਤਾਂ ਅਨਾਜ ਨਾਲ ਪ੍ਰੀਤ ਕਰਦਾ ਹੈ, ਭਾਂਡਿਆਂ ਨਾਲ ਨਹੀਂ। ਇਸ ਲਈ ਇਹ ਵਿਚਾਰੇ ਕੋਈ ਰੁਲੇ ਹੋਏ ਤਰੜੇ ਹੋਏ ਪਾਪ ਮੱਤ ਵਿੱਚ ਲੋਕ ਹੈ,
ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਆ, ਇਹਨਾਂ ਨੂੰ ਤਾਂ ਉਪਦੇਸ਼ ਚਾਹੀਦਾ ਹੈ ਜਿਹੜਾ ਮਿਲ ਜਾਵੇ। ਬਸ ਸੁਖਾਲੀ ਭਾਸ਼ਾ ਗੁਰਮੁਖੀ ਹੈ, ਗ੍ਰਹਿਣ ਕਰਕੇ ਆਨੰਦ ਮਾਣੀ ਜਾਂਦੇ ਆ। ਕਿੰਨਿਆਂ ਦਾ ਉਧਾਰ ਹੋ ਰਿਹਾ, ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ ਕਿ ਕਿੰਨੇ ਜੀਵਾਂ ਦੀ ਕਲਿਆਣ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਨੇ ਕੀਤੀ ਹੈ। ਇਸ ਤਰ੍ਹਾਂ ਦੇ ਬੜੇ ਇਹਨਾਂ ਦਲੀਲ ਨਾਲ ਉੱਤਰ ਦਿੱਤੇ। ਫਿਰ ਪ੍ਰਤਾਪ ਵੱਧਦਾ ਗਿਆ। ਬੜੇ ਸਿੱਖ ਸੰਗਤਾਂ ਦੇ ਇਕੱਠ ਹੋਣੇ ਸ਼ੁਰੂ ਹੋਏ, ਕੀਰਤਨ ਕਥਾ ਹੁੰਦਾ। ਇਹ ਸਾਧ ਸੰਗਤ ਜੀ ਭਾਈ ਮਾਧੋ ਜੀ ਉਹ ਹੈ, ਬੜੇ ਕਹਿਣੀ ਕਰਨੀ ਦੇ ਪੂਰੇ ਮਹਾਂਪੁਰਖ ਸਨ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਨੂੰ ਭੇਜਿਆ ਇੱਧਰ ਕਸ਼ਮੀਰ ਵਿੱਚ, ਤੇ ਰੋਜ਼ ਸੰਗਤ ਹੁੰਦੀ ਸੀ। ਇੱਥੇ ਲੁੱਟਾਂ ਖੋਹਾਂ ਬਹੁਤ ਸਨ ਕਸ਼ਮੀਰ ਦੇ ਇਲਾਕੇ ਪਹਾੜੀਆਂ ਵਿੱਚ, ਤੇ ਇੱਥੋਂ ਦੀ ਪ੍ਰਜਾ ਨੇ ਰਾਜੇ ਨੂੰ ਪੁਕਾਰ ਕੀਤੀ ਵੀ ਸਾਡਾ ਕੋਈ ਹੱਲ ਕਰਕੇ ਦੇ। ਰਾਜੇ ਨੇ ਫਿਰ ਸੂਰਜ ਛਿਪਦਿਆਂ ਸਾਰ ਸਭ ਪਾਸੇ, ਜਿਵੇਂ ਹੁਣ ਕਰਫਿਊ ਲੱਗਦਾ ਨਾ, ਇਸ ਤਰ੍ਹਾਂ ਦਾ ਉਹ ਕਰ ਦਿੱਤਾ ਸੀ ਵੀ ਜਿਹੜਾ ਬਾਹਰ ਦੇਖ ਲਿਆ ਰਾਤ ਦਿਨ ਢਲੀ ਤੋਂ, ਜਿਵੇਂ ਸੂਰਜ ਢਲੇ ਤੋਂ ਬਾਅਦ, ਉਹ ਚੋਰ ਮੰਨਿਆ ਜਾਵੇਗਾ। ਤੇ ਭਾਈ ਮਾਧੋ ਜੀ ਨੂੰ ਵੀ ਆ ਕੇ ਬੇਨਤੀ ਕਰ ਦਿੱਤੀ ਵੀ ਆਪ ਵੀ ਸ਼ਾਮ ਦੀ ਕਥਾ ਥੋੜ੍ਹੀ ਵੇਲੇ ਨਾਲ ਸਮਾਪਤ ਕਰ ਦਿਆ ਕਰੋ। ਤੇ ਅਸੀਂ ਐਲਾਨ ਕਰ ਦਿੱਤਾ ਵੀ ਉਹ ਚੋਰ ਹੋਵੇਗਾ ਜਿਹੜਾ ਸ਼ਾਮ ਨੂੰ ਗਲੀ ਵਿੱਚ ਤੁਰਿਆ ਫਿਰਦਾ ਹਨੇਰੇ ਵਿੱਚ ਦਿਸ ਗਿਆ। ਕੁਝ ਦਿਨ ਤਾਂ ਭਾਈ ਮਾਧੋ ਜੀ ਇਸ ਤਰ੍ਹਾਂ ਹੀ ਕਰਦੇ ਰਹੇ ਕਥਾ, ਸਦਿਆਂ ਦਿਨ ਖਲੇ ਸਮਾਪਤ ਕਰ ਦਿਆ ਕਰਨ। ਇੱਕ ਦਿਨ ਕਥਾ ਕਰਦਿਆਂ ਇਹਨਾਂ ਦੀ ਐਸੀ ਬਿਰਤੀ ਲੱਗੀ ਸਾਧ ਸੰਗਤ ਜੀ ਕਿ ਸਮੇਂ ਦਾ ਕੋਈ ਪਤਾ ਨਾ ਲੱਗਿਆ ਵੀ ਕਿੰਨਾ ਹੋ ਗਿਆ। ਇੱਧਰ ਸਾਰੀ ਸੰਗਤ ਉੱਠ ਕੇ ਡਰਦੀ ਰਾਜੇ ਤੋਂ ਘਰਾਂ ਨੂੰ ਚੱਲ ਗਈ। ਇੱਕ ਸਿੱਖ ਜਿਹੜਾ ਕੋਈ ਨੌਜਵਾਨ ਲੜਕਾ ਉਹ ਬੈਠਾ ਰਿਹਾ, ਬਾਕੀ ਸਾਰੇ ਹੀ ਚਲੇ ਗਏ। ਕਾਫੀ ਸਮਾਂ ਜਦੋਂ ਰਾਤ ਪੈ ਗਈ, ਹਨੇਰਾ ਹੋ ਗਿਆ, ਤੇ ਭਾਈ ਮਾਧੋ ਜੀ ਦੀ ਬਿਰਤੀ ਖੁੱਲ੍ਹੀ। ਉਹਨੇ ਵੇਖਿਆ ਵੀ ਸਾਰੇ ਚਲੇ ਗਏ, ਇਕੱਲਾ ਹੀ ਬੈਠਾ ਹੈ। ਕਹਿੰਦਾ ਭਾਈ ਤੂੰ ਗਿਆ ਨਾ? ਕਹਿੰਦਾ ਮਹਾਰਾਜ ਬਸ ਮੈਨੂੰ ਵੀ ਉਹ ਆਨੰਦ ਆ ਰਿਹਾ ਜਿਹੜਾ ਤੁਹਾਨੂੰ ਆ ਰਿਹਾ, ਕਿਉਂਕਿ ਸਰੋਤਾ ਕੋਈ ਹੁੰਦਾ ਨਾ ਵਿੱਚ। ਜਿਹੜੇ ਕੋਈ ਟਾਈਮ ਦੇ ਪਾਬੰਦ ਸਨ ਉਹ ਤਾਂ ਉੱਠ ਕੇ ਚਲੇ ਗਏ, ਤੇ ਜਿਹੜਾ ਕੋਈ ਪ੍ਰੇਮ ਵਾਲਾ ਭਿੱਜਿਆ ਸੀ ਉਹ ਜੁੜਿਆ ਬੈਠਾ ਰਿਹਾ ਵੀ ਸਾਰੀ ਉਮਰ ਲੰਘ ਹੀ ਗਈ ਅੱਗੇ, ਜਿੰਨਾ ਕੁ ਹੋਰ ਜੁੜ ਲਈਏ ਓਨਾ ਹੀ ਚੰਗਾ ਹੈ। ਕਹਿੰਦੇ ਭਾਈ ਹੁਣ ਤੂੰ ਘਰ ਨੂੰ ਜਾ। ਹਨੇਰਾ ਹੈ ਸੀ ਜਦੋਂ ਸਾਧ ਸੰਗਤ ਜੀ ਬਾਲਕਾ ਗਿਆ ਆਪਣੇ ਘਰ ਨੂੰ, ਨੌਜਵਾਨ ਲੜਕਾ, ਤੇ ਪਹਿਰੇਦਾਰਾਂ ਪਕੜ ਲਿਆ ਰਾਜੇ ਦਿਆਂ। ਆਖਿਆ ਭਾਈ ਇਹੀ ਚੋਰ ਹੈ, ਕਿਉਂਕਿ ਕਾਨੂੰਨ ਸੀ ਉੱਥੋਂ ਦਾ ਵੀ ਫੜ ਲਿਆ ਜਾਵੇ ਜਿਹੜਾ ਰਾਤ ਨੂੰ ਉਹੀ ਚੋਰ ਮੰਨਿਆ ਜਾਵੇਗਾ। ਭਾਈ ਮਾਧੋ ਜੀ ਫੇਰ ਸਮਾਧੀ ਲਾ ਬੈਠੇ ਆਪ। ਉਹ ਕਹਿੰਦਾ ਜੀ ਮੈਂ ਤਾਂ ਭਾਈ ਮਾਧੋ ਜੀ ਪਾਸੋਂ ਆਇਆ। ਭਾਈ ਮਾਧੋ ਜੀ ਪਾਸ ਆਏ, ਕਹਿੰਦੇ ਜੀ ਆ ਤੁਹਾਡਾ, ਇਹਨਾਂ ਕੋਈ ਅੱਖ ਨਾ ਖੋਲ੍ਹੀ। ਤੇ ਘਰ ਦੇ ਜਿਹੜੇ ਹੁੰਦੇ ਸਾਧ ਸੰਗਤ ਜੀ, ਉਹਨਾਂ ਨੂੰ ਕੰਮ ਕਰਨ ਵਾਲੇ ਧੀ ਪੁੱਤ ਤਾਂ ਬੜੇ ਚੰਗੇ ਲੱਗਦੇ ਹੈ। ਜਿਹੜੇ ਕੋਈ ਇਸ ਪਾਸੇ ਤੁਰ ਪੈਂਦੇ ਹੈ ਨਾ, ਉਹ ਘਰਦਿਆਂ ਨੂੰ ਵੀ ਕੋਈ ਨਹੀਂ ਜੇ ਚੰਗੇ ਲੱਗਦੇ। ਉਹਨਾਂ ਤੋਂ ਸਾਰੇ ਹੀ ਦੁਖੀ ਆ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਕੀ ਪੁੱਤਰ ਕੀ ਧੀ ਕੀ ਪਤਨੀ ਪਿਓ ਮਾਂ ਬਾਪ ਸਭ ਨੂੰ ਸਾਹ ਖਾਲਸਾ ਜੀ। ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਸਭ ਰਿਸ਼ਤੇ ਮਾਇਆ ਦੇ ਹੈ। ਇਹ ਸੰਗਤ ਕਰਦਾ ਸੀ। ਚਲੋ ਕੰਮਕਾਰ ਤਾਂ ਸਾਧ ਸੰਗਤ ਜੀ ਫਿਰ ਕੁਝ ਗਵਾਏ ਬਿਨਾਂ ਪਾਇਆ ਨਹੀਂ ਨਾ ਜਾਂਦਾ। ਸੰਗਤ ਕਰਦਾ ਸੀ ਤੇ ਕੰਮਕਾਰ ਗੁਜ਼ਾਰੇ ਜੋਗੇ ਹੀ ਕਰਦਾ ਸੀ, ਜਿਹਦੇ ਨਾਲ ਪੇਟ ਦੀ ਬਸ ਇਕੱਲੀ ਪੂਰਤੀ ਹੋਈ ਜਾਵੇ। ਲੱਭ ਲੋਭ ਨਹੀਂ ਹੈ ਸੀ ਜੋੜਨ ਦਾ ਨੌਜਵਾਨ ਨੂੰ। ਘਰ ਦੇ ਇਹਦੇ ਤੋਂ ਦੁਖੀ ਸੀ ਵੀ ਰੋਜ਼ ਹੀ ਭਾਈ ਮਾਧੋ ਦੇ ਪਾਸ ਸ਼ਾਮ ਸਵੇਰੇ ਜਾ ਕੇ ਬਹਿ ਜਾਂਦਾ, ਘਰ ਦਾ ਕੰਮ ਨਹੀਂ ਕਰਦਾ। ਉਹਨਾਂ ਨੂੰ ਪੁੱਛਿਆ ਵੀ ਆ ਤੁਹਾਡਾ ਲੜਕਾ? ਕਹਿੰਦੇ ਸਾਡੇ ਵਾਸਤੇ ਤਾਂ ਬੜੇ ਚਿਰ ਦਾ ਮਰਿਆ ਹੋਇਆ ਭਾਈ, ਸਾਡਾ ਕੁਝ ਨਹੀਂ ਲੱਗਦਾ। ਉਹਨਾਂ ਨੇ ਫਿਰ ਜਾਣਿਆ ਵੀ ਇਹ ਤਾਂ ਵਾਕਿਆ ਹੀ ਚੋਰ ਹੀ ਹੋਊਗਾ, ਵੀ ਘਰਦਿਆਂ ਤੋਂ ਵੀ ਕੱਢਿਆ ਹੋਇਆ, ਜਿਹਦੀ ਘਰ ਦੇ ਸ਼ਨਾਖਤ ਨਹੀਂ ਕਰ ਰਹੇ। ਰਾਜੇ ਪਾਸ ਪੇਸ਼ੀ ਹੋਈ ਤੇ ਪੱਕਾ ਇਹ ਹੋ ਗਿਆ ਵੀ ਇਹੀ ਚੋਰ ਹੈ, ਕੋਈ ਇਹਦੀ ਹਾਮੀ ਭਰਨ ਵਾਲਾ ਨਾ। ਰਾਜੇ ਨੇ ਫਿਰ ਖਾਲਸਾ ਜੀ ਹੁਕਮ ਦਿੱਤਾ ਕਸ਼ਮੀਰ ਦੇ ਨੇ ਵੀ ਸੁੱਕੀ ਲੱਕੜ ਨਾਲ ਇਹਨੂੰ ਫਾਹੀ ਦੇ ਦਿਓ। ਜਿੱਦਣ ਫਾਂਸੀ ਦਾ ਦਿਨ ਆਇਆ,
ਤੇ ਜਦੋਂ ਸੁੱਕੀ ਲੱਕੜ ਦੇ ਨਾਲ ਇਹ ਬਾਲਕੇ ਨੂੰ ਗਲ ਵਿੱਚ ਰੱਸਾ ਪਾ ਕੇ ਲਟਕਾਉਣ ਲੱਗ ਪਏ ਤੇ ਸੁੱਕੀ ਲੱਕੜ ਜਿਹੜੀ ਸੀ ਉਹ ਲਗਰਾਂ ਕੱਢ ਆਈ ਸੀ। ਤੇ ਭਾਈ ਮਾਧੋ ਇਹ ਸਭ ਪਾਸੇ ਰਾਜੇ ਨੇ ਵੀ ਪਤਾ ਲੱਗਿਆ, ਦਰਸ਼ਨ ਕਰਨ ਰਾਜਾ ਨੌਜਵਾਨ ਦੇ ਆਇਆ ਗੁਰਮੁਖ ਦੇ, ਤੇ ਰਾਜਾ ਫਿਰ ਸ਼ਰਧਾਲੂ ਬਣ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ। ਭਾਈ ਮਾਧੋ ਜੀ ਨੂੰ ਨਾਲ ਲੈ ਕੇ ਸਮੇਤ ਰਾਜਾ ਕਸ਼ਮੀਰ ਦੀ ਸਾਰੀ ਸੰਗਤ ਜਦੋਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਈ ਨਾ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗੂਜਰੀ ਰਾਗ ਦਾ ਸ਼ਬਦ ਉਚਾਰ ਰਹੇ ਸੀ, ਕਾਹੇ ਰੇ ਮਨ ਚਿਤਵਹਿ ਉਦਮ। ਸੱਚੇ ਪਾਤਸ਼ਾਹ ਮਹਾਰਾਜ ਇਹ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ। ਤੋ ਇਹ ਸ਼ਬਦ ਖਾਲਸਾ ਜੀ, ਊਡੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਇੱਥੇ ਪਹੁੰਚੇ ਤੇ ਭਾਈ ਮਾਧੋ ਜੀ ਆ ਗਏ ਉਹਨੇ ਚਿਰ ਨੂੰ। ਅਜੇ ਭਾਈ ਮਾਧੋ ਜੀਆਂ ਗੱਲ ਨਹੀਂ ਦੱਸੀ ਵੀ ਕਸ਼ਮੀਰ 'ਚ ਆਹ ਵਾਕਾ ਹੋ ਗਿਆ ਵੀ ਮਹਾਰਾਜ ਸੁੱਕੀ ਲੱਕੜ ਲਗਰਾਂ ਕੱਢ ਆਈ, ਸੰਗਤ ਦਾ ਪ੍ਰਤਾਪ। ਤੇ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਜਦੋਂ ਵੇਖਿਆ ਭਾਈ ਮਾਧੋ ਜੀ ਆਉਂਦੇ ਨੇ ਤਾਂ ਪ੍ਰਸੰਗ ਤਾਂ ਹੋਰ ਚੱਲ ਰਿਹਾ ਸੀ, ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਕਰਿਆ। ਇਹ ਤਾਂ ਪ੍ਰਸੰਗ ਹੋਰ ਚੱਲ ਰਿਹਾ, ਯਾਨੀ ਕਿ ਕਥਾ ਵਾਹਿਗੁਰੂ ਮਹਾਰਾਜ ਗੁਰਬਾਣੀ ਹੋਰ ਸਿਧਾਂਤ ਉਚਾਰ ਰਹੇ ਇੱਥੇ ਵੀ ਪਰਮੇਸ਼ਰ ਸਭ ਕੁਝ ਦੇਣ ਵਾਲਾ ਹੈ। ਪਰ ਜਦੋਂ ਹੀ ਭਾਈ ਮਾਧੋ ਜੀ ਨੂੰ ਆਉਂਦਿਆਂ ਵੇਖਿਆ ਗਰੀਬ ਨਵਾਜ, ਫਿਰ ਭਾਈ ਮਾਧੋ ਜੀ ਨੂੰ ਜਿਹੜੇ ਵੈ ਇਹਨਾਂ ਦੇ ਵੱਲ ਤਰਜੀਹ ਦੇ ਕੇ ਇਹ ਸ਼ਬਦ ਉਚਾਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਕਾਸਟ ਨਾਮ ਲੱਕੜ ਦਾ, ਜਿਨ੍ਹਾਂ ਗੁਰੂ ਕੀ ਸੰਗਤ ਕੀਤੀ ਪਰਮ ਪਦ ਵੀ ਪ੍ਰਾਪਤ ਹੋਈ, ਭਾਈ ਸੁੱਕੀ ਲੱਕੜ ਲਗਰਾਂ ਕੱਢ ਆਈ। ਭਾਈ ਮਾਧੋ ਜੀ ਚਰਨੀ ਡਿੱਗੇ ਪਾਤਸ਼ਾਹ ਦੇ, ਬੜੀ ਜੈ ਜੈਕਾਰ ਸਭ ਵਿਥਿਆ ਸੁਣਾਈ ਸੰਗਤਾਂ ਨੂੰ ਕਿ ਮਹਾਰਾਜ ਇਹ ਨੌਜਵਾਨ ਨੂੰ ਚੋਰ ਗਰਦਾਨ ਕੇ ਸੁੱਕੀ ਲੱਕੜ ਨਾਲ ਫਾਹੀ ਲਾਉਣ ਲੱਗੇ ਤੇ ਸੁੱਕੀ ਲੱਕੜ ਲਗੜਾਂ ਕੱਢ ਆਈ। ਤੇ ਕਸ਼ਮੀਰ ਦੀ ਸੰਗਤ ਸਤਿਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਚਰਨੀ ਇੱਥੇ ਅੰਮ੍ਰਿਤਸਰ ਸਾਹਿਬ ਪਈ, ਦਰਸ਼ਨ ਕੀਤੇ, ਕਸ਼ਮੀਰ ਦਾ ਰਾਜਾ ਮਹਾਰਾਜ ਦਾ ਸਿੱਖ ਬਣਿਆ। ਇਹ ਖਾਲਸਾ ਜੀ ਉਹ ਭਾਈ ਮਾਧੋ ਜੀ ਜਿਨ੍ਹਾਂ ਨੇ ਸੰਗਤ ਕਾਇਮ ਕੀਤੀ ਕਸ਼ਮੀਰ ਦੇ ਦੇਸ਼ ਵਿੱਚ। ਇਸ ਤਰ੍ਹਾਂ ਫਿਰ ਅੱਗੇ ਮਹਾਰਾਜ ਦੇ ਪਾਸ ਜਿਵੇਂ ਭਾਈ ਰੂਪ ਚੰਦ ਜੀ, ਭਾਈ ਭੀਵਾ ਜੀ, ਜਿਨ੍ਹਾਂ ਦਾ ਬਾਅਦ ਵਿੱਚ ਝਗੜਾ ਵੀ ਹੋਇਆ ਇੱਕ ਮੁਗਲ ਦੇ ਨਾਲ। ਉਹ ਕਹਿੰਦਾ ਮੋਹਰਾਂ ਦਿੱਤੀਆਂ, ਇਹਨਾਂ ਨੂੰ ਖਿਆਲ ਭੁੱਲ ਗਿਆ ਸੀ ਲਿਖਣੇ ਦਾ। ਤੇ ਜਦੋਂ ਰਾਜੇ ਨੇ ਨਿਆਂ ਕਰਨ ਦੀ ਗੱਲ ਕੀਤੀ ਵੀ ਪਾਓ ਤੇਲ ਦੇ ਤਪਦੇ ਕੜਾਹੇ ਵਿੱਚ ਹੱਥ, ਜਿਹੜਾ ਸੱਚਾ ਹੋਇਆ ਆਪੋ ਆਪਣੇ ਇਸ਼ਟ ਨੂੰ ਧਿਆ ਲਓ, ਉਹਦਾ ਇਸ਼ਟ ਉਹਦੀ ਲਾਜ ਰੱਖ ਲਵੇਗਾ। ਤੇ ਇਹਨਾਂ ਦੀ ਲਾਜ ਭਾਈ ਰੂਪ ਚੰਦ ਭੀਵਾ ਜੀ ਦੀ ਗੁਰੂ ਅਰਜਨ ਦੇਵ ਜੀ ਸਤਿਗੁਰੂ ਹਜ਼ੂਰ ਮਹਾਰਾਜ ਨੇ ਰੱਖੀ ਸੀ। ਜਦੋਂ ਮੋਹਰਾਂ ਵਾਪਸ ਕਰਨ ਗਏ ਲੱਭੇ ਤੋਂ ਬਾਅਦ, ਭਾਵੇਂ ਨਹੀਂ ਮਨ ਵਿੱਚ ਖੋਟ ਸੀ, ਮੁਗਲ ਕਹਿੰਦਾ ਜੀ ਮੋਹਰਾਂ ਤਾਂ ਚਲੋ ਠੀਕ ਹੈ, ਪਰ ਇਹ ਦੱਸੋ ਵੀ ਝੂਠੇ ਹੁੰਦਿਆਂ ਵੀ ਤੁਸੀਂ ਕਿਵੇਂ ਬਚੇ ਰਹੇ। ਆਖਿਆ ਅਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ, ਅਸੀਂ 5 ਮੋਹਰਾਂ ਕੜਾਹ ਪ੍ਰਸ਼ਾਦ ਪੰਚਮ ਅਰਦਾਸਾ ਕਰਵਾਉਣ ਵਾਸਤੇ ਬੇਨਤੀ ਕੀਤੀ ਸੀ, ਅਸੀਂ ਉੱਥੇ ਹੀ ਚੱਲੇ ਹਾਂ। ਕਹਿੰਦਾ ਮੈਨੂੰ ਵੀ ਲੈ ਕੇ ਜਾਓ। ਇਹ ਮੁਗਲ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਬਣਿਆ, ਹਜ਼ੂਰ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਇਹਨਾਂ ਦੀ ਰੱਖਿਆ ਕਿਉਂ ਕੀਤੀ। ਤੇ ਗਰੀਬ ਨਵਾਜ ਨੇ ਦੱਸਿਆ ਭਈ ਇਹਨਾਂ ਨੇ ਕਿਹੜਾ ਕਿਸੇ ਹੋਰ ਦਾ ਆਸਰਾ ਤੱਕਿਆ, ਕੇਵਲ ਤੇ ਕੇਵਲ ਸਾਡਾ ਹੀ ਆਸਰਾ ਸੀ, ਇਸ ਕਰਕੇ ਅਸੀਂ ਇਹਨਾਂ ਦੀ ਬਾਂਹ ਫੜੀ ਹੈ। ਤੈਂ ਬਹੁਤ ਦੂਜੇ ਤੀਜੇ ਪੀਰਾਂ ਫਕੀਰਾਂ ਨੂੰ ਧਿਆਇਆ, ਤੋ ਬਹੁਤਿਆਂ ਦੇ ਨਾਲ ਜਿਹੜਾ ਵੈ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਜੇ ਤੂੰ ਵੀ ਅੱਲਾ ਨੂੰ ਧਿਆਇਆ ਹੁੰਦਾ ਤੇ ਅੱਲਾ ਤੇਰੀ ਵੀ ਬਾਂਹ ਫੜਦਾ। ਤੋ ਅੱਗੇ ਜਿਵੇਂ ਸਾਧ ਸੰਗਤ ਜੀ ਕੁਝ ਹੋਰ ਸਿੱਖ ਮਹਾਰਾਜ ਦੇ ਪਾਸ ਪਹੁੰਚ ਰਹੇ ਹੈ, ਉਹਨਾਂ ਦੇ ਪ੍ਰਸੰਗ ਆਉਂਦੇ ਸੁਣੀਏ ਜੀ। ਚਿਤ ਬਿਰਤੀ ਇਕਾਗਰ ਕਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਪ੍ਰਤਾਪੂ ਸਿੱਖ ਚੱਲ ਆਇਓ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇੱਕ ਪ੍ਰਤਾਪੂ ਨਾਮ ਦਾ ਸਿੱਖ ਆਇਆ ਹੈ। ਸਤਿਗੁਰ ਆਗੇ ਸੀਸ ਨਿਵਾਇਓ। ਹਜ਼ੂਰ ਦੇ ਦਰਸ਼ਨ ਕੀਤੇ ਐ, ਪਾਤਸ਼ਾਹ ਦੇ ਅੱਗੇ ਸੀਸ ਨਿਵਾਇਆ ਹੈ। ਹੱਥ ਜੋੜ ਅਰਜੀ ਇਮ ਕਹੀ। ਹੱਥ ਜੋੜ ਕਰਕੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਹੈ। ਹਮਰੀ ਬ੍ਰਿਤ ਸ਼ਸਤਰ ਕੀ ਅਹੀ। ਪਾਤਸ਼ਾਹ ਮੇਰੀ ਜਿਹੜੀ ਉਪਜੀਵਕਾ ਹੈ, ਸਾਡਾ ਰੋਜ਼ੀ ਰੋਟੀ ਗੁਜ਼ਾਰਾ ਜਿਹੜਾ ਉਹ ਸ਼ਸਤਰ ਧਾਰੀ ਹੋ ਕੇ ਚੱਲਦਾ,
ਭਾਵ ਮੈਂ ਕਿਸੇ ਫੌਜ ਦਾ ਫੌਜਦਾਰ ਜਾਂ ਸੈਨਿਕ ਹਾਂ। ਜਿਸ ਬਿਦ ਹਵੈ ਪ੍ਰਾਪਤ ਕਲਿਆਣਾ। ਤੇ ਮੈਨੂੰ ਮਹਾਰਾਜ ਦਇਆ ਕਰੋ ਵੀ ਜਿਸ ਨਾਲ ਮੇਰੀ ਵੀ ਕਲਿਆਣ ਹੋ ਜਾਵੇ, ਮੈਂ ਵੀ ਮੁਕਤੀ ਨੂੰ ਪ੍ਰਾਪਤ ਹੋਵਾਂ ਜੀ। ਆਪ ਕਰੋ ਉਪਦੇਸ਼ ਮਹਾਨਾ। ਇਹੋ ਜਿਹਾ ਮਹਾਨ ਉਪਦੇਸ਼ ਪਾਤਸ਼ਾਹ ਜੀ ਮੈਨੂੰ ਵੀ ਬਖਸ਼ ਦਿਓ। ਸ਼੍ਰੀ ਮੁਖ ਤੇ ਤਬ ਤਿਸ ਕੋ ਭਾਖਾ। ਤੋ ਸ਼੍ਰੀ ਕੰਠ ਤੋਂ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ ਗਰੀਬ ਨਵਾਜ ਜੀ ਬਖਸ਼ਿਸ਼ ਕਰ ਰਹੇ ਹਨ। ਆਏ ਕਾਲ ਜਬ ਕੋਏ ਨ ਰਾਖਾ। ਕਹਿੰਦੇ ਭਾਈ ਚਾਹੇ ਤੂੰ ਸ਼ਸਤਰ ਧਾਰੀ ਹੈ, ਪਰ ਜਦੋਂ ਮੌਤ ਆਉਂਦੀ ਹੈ ਨਾ ਭਾਈ, ਗੁਰਮੁਖਾ ਉਦੋਂ ਕੋਈ ਨਹੀਂ ਹੀਲਾ ਚੱਲਦਾ, ਕੋਈ ਵੀ ਵੱਡੀ ਤਾਕਤ ਨਹੀਂ ਰੱਖ ਸਕਦੀ ਹੈ। ਜੇ ਕਰ ਕਾਲ ਨਹੀਂ ਇਸ ਆਵਾ। ਪਰ ਜੇ ਇਸ ਜੀਵ ਦਾ ਜੇ ਕਾਲ ਨਾ ਆਇਆ ਹੋਵੇ, ਅੰਤਲਾ ਸਮਾਂ ਨਾ ਆਇਆ ਹੋਵੇ, ਤਾ ਰਾਖੋ ਨਿਤ ਕਾਲ ਰਹਾਵਾ। ਤੇ ਉਹਨਾਂ ਸਮਾਂ ਰਾਖੀ ਵੀ ਕਾਲ ਹੀ ਕਰਦਾ। ਵੀ ਮੌਤ ਜਿਹੜੀ ਆ ਜੇ ਤਾਂ ਆਈ ਹੋਈ ਆ ਤੇ ਮੌਤ ਤੋਂ ਕੋਈ ਹੋਰ ਰਾਖੀ ਵੀ ਨਹੀਂ ਕਰ ਸਕਦਾ। ਜੇ ਮੌਤ ਅਜੇ ਨਹੀਂ ਆਈ ਤੇ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲਵੇ, ਫਿਰ ਮਨੁੱਖ ਦੀ ਰਾਖੀ ਉਹੀ ਮੌਤ ਕਰਦੀ ਜਿਹਨੇ ਮਾਰਨਾ ਹੁੰਦਾ। ਵੀ ਮੌਤ ਰਖਵਾਲੀ ਵੀ ਬਣ ਜਾਂਦੀ ਹੈ ਜਿੰਨਾ ਸਮਾਂ ਪਰਮੇਸ਼ਰ ਦਾ ਸੱਦਾ ਨਹੀਂ ਆਉਂਦਾ ਹੈ। ਜਾਂ ਤੇ ਧਰੈ ਧਰਮ ਨਿਜ ਜੋਧਾ। ਇਸ ਕਰਕੇ ਯੋਧਾ ਉਹ ਹੈ ਜਿਹੜਾ ਸਦਾ ਧਰਮ ਵਿੱਚ ਪੂਰਾ ਰਹਿੰਦਾ ਹੈ। ਨਹੀਂ ਯੁੱਧ ਮਹਿ ਤਿਆਗਹਿ ਕ੍ਰੋਧਾ। ਵੀ ਯੁੱਧ ਦੇ ਵਿੱਚ ਵੀਰ ਰਸ ਨਾ ਛੱਡੇ, ਜਿਹੜਾ ਯੁੱਧ ਜੰਗ ਦੇ ਮੈਦਾਨ ਦੇ ਵਿੱਚ ਜਿਹੜਾ ਤਿਆਰ ਬਰ ਤਿਆਰ ਹੋ ਕਰਕੇ ਸ਼ਸਤਰ ਦਾ ਸਹਾਰਾ ਲੈਂਦਾ ਤੇ ਦੁਸ਼ਮਣਾਂ ਨੂੰ ਗਾਲਦਾ ਹੈ। ਸੰਤ ਅਤਿਥ ਦਿਜ ਤੈਨੂੰ ਰੰਕ। ਹਾਂ, ਕੋਈ ਗਰੀਬ, ਕੋਈ ਗਊ ਗਰੀਬ ਬ੍ਰਾਹਮਣ ਤੇ ਕੋਈ ਨਿਹੱਥਾ ਰਾਹਗੀਰ ਹੋਵੇ ਤੇ ਕੋਈ ਸਾਧੂ ਸੰਤ ਮਹਾਂਪੁਰਖੇ ਜੋ ਪੰਜ ਹਨ ਜਿਹੜੇ, ਜੋ ਇਨਕੋ ਦੁਖ ਦੇਹ ਆਤੰਕ। ਇਹਨਾਂ ਨੂੰ ਜੇ ਕੋਈ ਡਰ ਦਿੰਦਾ ਹੈ, ਗਊ ਗਰੀਬ ਨੂੰ, ਸੰਤ ਨੂੰ, ਕਿਸੇ ਰਾਹਗੀਰ ਨੂੰ, ਬ੍ਰਾਹਮਣ ਨੂੰ ਤੇ ਕਿਸੇ ਮਾੜੇ ਨੂੰ, ਮਜ਼ਲੂਮ ਨੂੰ, ਜਿਹੜਾ ਵੀ ਦੁੱਖ ਦੇਣ ਵਾਲਾ, ਡਰ ਦੇਣ ਵਾਲਾ ਕੋਈ ਦੁਸ਼ਟ ਹੋਵੇ, ਤਹਾਂ ਧਰਮ ਕੋ ਜੰਗ ਮਚਾਵੈ। ਉਹ ਦੁਸ਼ਟ ਦਾ ਨਾਸ਼ ਕਰੇ। ਉਹ ਸੂਰਮਾ ਧਰਮ ਦਾ ਯੁੱਧ ਮਚਾਵੇ, ਉਸ ਦੇ ਨਾਲ ਵੈਰੀ ਦਾ ਨਾਸ਼ ਕਰਨਾ ਕਰੇ। ਘਣੇ ਕਿਥੋਰੇ ਨਹਿ ਮਨ ਲਿਆਵੈ। ਫਿਰ ਮਨ ਵਿੱਚ ਨਾ ਲਿਆਵੇ ਵੀ ਇਹ ਥੋੜੇ ਆ ਜਾਂ ਜ਼ਿਆਦੇ ਆ। ਅਣੀ ਬਣੇ ਤੋਂ ਕਮੀ ਨਾ ਕਰਨਾ, ਹੋਏ ਹਰੋਰ ਆਗੇ ਹੋਏ ਲਰਨਾ। ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਵੀ ਰਹਿਤਨਾਮਿਆਂ ਦੇ ਬਚਨ ਹੈ ਵੀ ਅਣੀ ਬਣੇ ਤੋਂ ਕਮੀ ਨਾ ਕਰਨਾ, ਵੀ ਚੜ੍ਹਨਾ ਨਹੀਂ ਕਿਸੇ ਦੇ, ਪਰ ਜੇ ਅਣੀ ਬਣਾ, ਜੇ ਕੋਈ ਫੌਜ ਜਾਂ ਕੋਈ ਚੜ੍ਹ ਕੇ ਆ ਗਿਆ ਫਿਰ ਕਮੀ ਨਾ ਕਰਨਾ, ਫਿਰ ਕੋਈ ਲਿਹਾਜ਼ ਨਹੀਂ ਭਾਈ। ਇਹ ਨਹੀਂ ਮਨ ਵਿੱਚ ਵਿਚਾਰਨਾ ਕੋਈ ਥੋੜੇ ਆ ਕੋਈ ਬਹੁਤ ਆ, ਫਿਰ ਜਿੰਨਾ ਬਲ ਲੱਗਦਾ ਲਾਉਣਾ ਚਾਹੀਦਾ। ਇਹ ਸੂਰਮੇ ਦਾ ਧਰਮ ਹੈ। ਜਥਾ ਸ਼ਕਤ ਕਰਤੋ ਰਹਿਦਾਨ। ਹਾਂ, ਜਿੰਨਾ ਵੀ ਸ਼ਕਤ ਹੋਵੇ, ਬਲ ਕਰਕੇ ਜਿੰਨੀ ਸ਼ਕਤ ਹੋਵੇ, ਕਰਤੋ ਰਹਿ ਦਾਨ ਨਖੇੜ ਕੇ ਪੜਿਆ ਕਰ। ਜਿੰਨਾ ਵੀ ਬਲ ਹੋਵੇ ਨਾਲ ਨਾਲ ਦਾਨ ਪੁੰਨ ਵੀ ਕਰਦਾ ਰਹੇ। ਸੂਰਮਾ ਵੀ ਹੋਵੇ, ਵੱਡਾ ਦਾਨੀ ਵੀ ਹੋਵੇ। ਖਾਨ ਪਾਨ ਬਸਤਰਨ ਧਨ ਜਾਨ। ਤੇ ਕਿਹੜਾ ਦਾਨ ਕਰੇ? ਖਾਣ ਦਾ ਅੰਨ, ਪਹਿਨਣ ਵਾਸਤੇ ਬਸਤਰ, ਦਿਆਲ ਆਦਿਕ ਤੇ ਧਨ ਤੱਕ ਵੀ ਦਾਨ ਕਰਦਾ ਹੋਵੇ। ਕਰਬੇ ਦਾਨ ਸ਼ਸਤਰ ਕੇ ਮਾਹੀ। ਤੇ ਇਸ ਤਰ੍ਹਾਂ ਵੀ ਸ਼ਾਸਤਰ ਜਿਹੜਾ ਹੈ ਨਾ, ਉਹ ਸ਼ਾਸਤਰ ਦੀ ਛਤਰ ਛਾਇਆ ਹੇਠ ਦਾਨ ਕਰਨਾ ਚਾਹੀਦਾ ਹੈ। ਬਰਕਤ ਹੋਤ ਨਿਫਲ ਹੋਏ ਨਾਹੀ। ਕਦੇ ਨਿਫਲ ਨਹੀਂ ਹੋਵੇਗਾ। ਤਿਆਰ ਬਰ ਤਿਆਰ ਸ਼ਾਸਤਰ ਕਰਬੇ, ਹੱਥ ਵਿੱਚ ਸ਼ਾਸਤਰ ਪਕੜ ਕੇ ਸ਼ਾਸਤਰ ਧਾਰੀ ਹੋ ਕਰਕੇ ਨਾਲ ਦਾਨ ਵੀ ਕਰਨਾ। ਦਿੱਤਾ ਹੋਇਆ ਦਾਨ ਜਿਹੜਾ ਉਹਦੇ ਵਿੱਚ ਬਰਕਤ ਪਵੇਗੀ, ਕਦੇ ਨਿਫਲ ਨਹੀਂ ਜਾਵੇਗਾ। ਸੁਜਾਸ ਜਗਤ ਕਹਿ ਸੁਧਾ ਸਮਾਨ। ਤੇ ਸੰਸਾਰ ਫਿਰ ਵਡਿਆਈ ਕਰਦਾ ਇਹੋ ਜਿਹੇ ਸੂਰਮੇ ਦੀ। ਅੰਮ੍ਰਿਤ ਦੇ ਵਾਂਗੂ ਸਭ ਪਾਸੇ ਵਡਿਆਈ ਫੈਲਦੀ ਹੈ। ਵੇਖ ਸਮ ਅਪ ਜਸ ਕਰਹਿ ਸੁਹਾਨ। ਤੇ ਇਹ ਜਿਹੜਾ ਦਿੱਤਾ ਹੋਇਆ ਦਾਨ ਹੈ ਨਾ, ਸੰਸਾਰ ਦੇ ਵਿੱਚ ਜਿਹੜਾ ਨਿੰਦਾ ਦੇ ਸਦਰਸ ਜਾਂ ਜ਼ਹਿਰ ਦੇ ਸਦਰਸ ਜਿਹੜੀ ਨਿੰਦਾ ਤੁਹਾਡੀ ਹੋ ਰਹੀ, ਉਹਦਾ ਨਾਸ਼ ਕਰ ਦੇਵੇਗਾ। ਦਾਨ ਦੇ ਨਾਲ ਜਿਹੜੇ ਕੋਈ ਨਿੰਦਕ ਲੋਕ ਆ, ਉਹਨਾਂ ਦੇ ਅੰਦਰੋਂ ਨਿੰਦਾ ਹਟ ਜਾਵੇਗੀ ਤੁਹਾਡੀ, ਉਹ ਵੀ ਤੁਹਾਡੀ ਸੋਭਾ ਕਰਨ ਲੱਗ ਜਾਂਦੇ ਹਨ। ਸੁਣ ਪ੍ਰਸੰਨ ਭਾਰਿਦੈ ਪ੍ਰਤਾਪੂ। ਭਾਈ ਪ੍ਰਤਾਪੂ ਜੀ ਗਰੀਬ ਨਵਾਜ ਮਹਾਰਾਜ ਦਾ ਪ੍ਰਸੰਨ ਮੁਖੋਂ ਸੁਣ ਕੇ ਨਾ ਇਹੋ ਜਿਹਾ ਉਪਦੇਸ਼ ਬੜਾ ਖੁਸ਼ ਹੋਇਆ ਹੈ। ਨਮੋ ਕਰੀ ਗੁਰ ਲਖਿਓ ਪ੍ਰਤਾਪੂ। ਤੇ ਜਾਣਿਆ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਪ੍ਰਤਾਪ ਹੈ ਭਾਈ।
ਤੇ ਪਾਤਸ਼ਾਹ ਦੇ ਪਾਸੋਂ ਉਪਦੇਸ਼ ਗ੍ਰਹਿਣ ਕਰਕੇ ਸ਼ਾਂਤੀ ਮਿਲ ਗਈ ਹੈ। ਨੰਦਾ ਵਿਠੜ ਸੁਆਮੀ ਦਾਸ। ਸੋ ਇਸੇ ਤਰ੍ਹਾਂ ਵਿਠੜ ਜਾਤ ਦਾ ਖਾਲਸਾ ਜੀ ਇੱਕ ਭਾਈ ਨੰਦਾ ਜੀ ਹੈ, ਦੂਜਾ ਇੱਕ ਭਾਈ ਸੁਆਮੀ ਦਾਸ ਜਾਂ ਦਾਸ ਸੁਆਮੀ ਨਾਮ ਦਾ ਸਿੱਖ ਹੈ। ਬਸ ਹੈ ਥਨੇਸਰ ਕਰੈ ਆਵਾਸ। ਇਹ ਥਾਨੇਸਵਰ ਨਾਮ ਦੇ ਜਿਹੜਾ ਸਥਾਨ ਤੇ ਰਹਿੰਦੇ ਆ, ਆਵਾਸ ਇਹਨਾਂ ਦਾ ਘਰ ਹੈ। ਕਰਹਿ ਧਰਮ ਕੇ ਜੋਤ ਵਿਵਹਾਰਾ। ਤੇ ਬੜਾ ਧਰਮ ਦਾ ਵਿਹਾਰ ਕਰਦੇ ਆ, ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਆ। ਕਹੈ ਜੋ ਮੋਲ ਸੋ ਏਕੋ ਬਾਰਾ। ਤੇ ਜਿਹੜਾ ਸਾਧ ਸੰਗਤ ਜੀ ਇਹ ਦੁਕਾਨਦਾਰ ਹੈ, ਤੇ ਜਿਹੜੀ ਹੱਟ ਤੇ ਜਿਹੜਾ ਵੀ ਕੋਈ ਇੱਕ ਮੁੱਲ ਕਰ ਦਿੰਦੇ ਨਾ ਜਿਹੜੀ ਵਸਤੂ ਦਾ, ਜਿਹੜੀ ਵੀ ਜਿੰਨੇ ਮਾਇਆ ਮੰਗ ਲੈਂਦੇ ਆ ਵੀ ਇੰਨੀ ਮਾਇਆ ਲੈਣੀ ਆ, ਨਾ ਵੱਧ ਲੈਣੀ ਨਾ ਘੱਟ ਲੈਣੀ ਹੈ, ਇੱਕ ਸੁਖਣੀ ਤਿਨ ਕੋ ਭਾ ਨਾਮ। ਤੇ ਉਹਨੇ ਹੀ ਲੈਂਦੇ ਆ। ਵੀ ਇਹ ਨਹੀਂ ਵੀ ਕਈ ਆ ਜਿਵੇਂ ਪਿਓ ਦਾ ਪਿਓ ਮੰਗ ਲੈਂਦੇ ਤੇ ਮੁੜ ਕੇ ਐਵੇਂ ਸੁੱਟ ਜਾਂਦੇ ਆ, ਇਸ ਤਰ੍ਹਾਂ ਨਹੀਂ। ਧਰਮੀ ਹੈ ਵੀ ਜਿੰਨਾ ਕੁ ਆਪਦਾ ਮੁਨਾਫਾ ਲੈਣਾ, ਬਸ ਗੁਜ਼ਾਰੇ ਜੋਗਾ ਮੁਨਾਫਾ ਰੱਖ ਕੇ ਜਿੰਨੇ ਵਸਤੂ ਦਾ ਮੁੱਲ ਮੰਗਦੇ ਉਹਨਾਂ ਹੀ ਲੈਂਦੇ ਆ। ਜਿਸ ਕਰਕੇ ਸਾਰੇ ਥਨੇਸਵਰ ਸ਼ਹਿਰ ਦੇ ਵਿੱਚ ਇਹਨਾਂ ਦਾ ਇੱਕ ਸੁਖਣੀ ਨਾਮ ਪਿਆ ਹੋਇਆ ਵੀ ਜਿਹੜੀ ਗੱਲ ਇਹ ਮੰਗ ਲੈਂਦੇ ਉਨੇ ਹੀ ਲੈਂਦੇ ਆ। ਇਹੋ ਜਿਹਾ ਇਹਨਾਂ ਦਾ ਪ੍ਰਤਾਪ ਫੈਲਿਆ ਹੋਇਆ, ਬਹੁਤ ਲੋਕ ਇਹਨਾਂ ਦੀ ਕਦਰ ਕਰਦੇ ਹਨ। ਚੱਲ ਆਏ ਸਤਿਗੁਰ ਕੀ ਸ਼ਾਮ। ਇਹ ਭਾਈ ਨੰਦਾ ਜੀ ਤੇ ਭਾਈ ਸੁਆਮੀ ਦਾਸ ਵਰਗੇ ਗੁਰਮੁਖ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਹੈ। ਕਰ ਬੰਧਨ ਬੈਠੇ ਹੋਏ ਪਾਸ। ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਪਹੁੰਚੇ, ਬੰਦਨਾ ਕੀਤੀ, ਸੰਗਤ ਵਿੱਚ ਬੈਠ ਗਏ ਹਨ। ਇੱਕ ਸੁਖਣੀ ਭਾ ਜ਼ਿਕਰ ਪ੍ਰਕਾਸ਼। ਇਹਨਾਂ ਦੇ ਆਉਣ ਦੀ ਦੇਰ ਸੀ, ਨਾਮ ਇਹਨਾਂ ਦਾ ਬੜਾ ਸੀ ਸਭ ਪਾਸੇ, ਕਿਉਂਕਿ ਸ਼ਾਹੂਕਾਰ ਵੀ ਤਗੜੇ ਸਨ, ਨਾਲ ਵੀ ਮਨ ਦੇ ਬੇਈਮਾਨ ਨਹੀਂ ਸੀ। ਜਿੰਨੀ ਕੁ ਬਸ ਲੋੜ ਓਨੀ ਕੁ ਮਾਇਆ ਮੰਗਦੇ ਸੀ ਕਿਸੇ ਵਸਤੂ ਦੀ। ਤੇ ਉਹਨੇ ਨੂੰ ਜਦੋਂ ਇਹ ਸੰਗਤ ਵਿੱਚ ਆ ਕੇ ਬੈਠੇ ਤੇ ਸਿੱਖ ਪਛਾਣਦੇ ਸੀ ਇਹਨਾਂ ਨੂੰ, ਜਿਹੜੇ ਉਹ ਥਾਨੇਸਰ ਇਲਾਕੇ ਦੇ ਸਨ। ਉਹ ਇੱਕ ਦੂਜੇ ਵਿੱਚ ਗੱਲਾਂ ਕਰਨ ਲੱਗ ਪਏ ਵੀ ਭਾਈ ਇਹ ਤਾਂ ਸਾਡੇ ਇਲਾਕੇ ਦੇ ਬੜੇ ਭਲੇ ਪੁਰਸ਼ ਧਰਮੀ ਹੈ। ਇਹ ਇੱਕ ਸੁਖਣੀ ਇਹਨਾਂ ਨੂੰ ਦੋਵਾਂ ਨੂੰ ਆਖਦੇ ਆ, ਇੱਕੋ ਮੁੱਲ ਕਰਨ ਵਾਲੇ ਹਨ। ਇਸ ਤਰ੍ਹਾਂ ਸਾਰੀ ਸੰਗਤ ਵਿੱਚ ਇਹਨਾਂ ਦੀ ਘੁਸਰ ਮੁਸਰ ਤੇ ਨਾਂ ਇਹਨਾਂ ਦੇ ਲੈ ਲੈ ਕੇ ਖੁਸ਼ੀ ਮਨਾਉਣ ਲੱਗੇ। ਸਾਰੇ ਸਿੱਖ ਹੌਲੀ ਹੌਲੀ ਇੱਕ ਦੂਜੇ ਨੂੰ ਇਹਨਾਂ ਦਾ ਨਾਮ ਲੈ ਲੈ ਕੇ ਦੱਸ ਰਹੇ। ਸਭ ਸੰਗਤ ਵਿੱਚ ਇਹਨਾਂ ਦਾ ਨਾਂ ਲਿਆ ਜਾ ਰਿਹਾ ਹੈ। ਸ਼੍ਰੀ ਅਰਜਨ ਗੁਰਦੇਵ ਬਖਾਨਾ। ਗੁਰੂਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਆਖਣਾ ਕੀਤਾ, ਇਸ ਤੇ ਹੀ ਹੋਏ ਤੁਮ ਕਲਿਆਣਾ। ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਵੀ ਸਿੱਖਾਂ ਦੱਸਿਆ ਵੀ ਪਾਤਸ਼ਾਹ ਇਹ ਜਿਹੜੇ ਆਏ ਨਾ ਭਾਈ ਨੰਦਾ ਜੀ ਵਰਗੇ, ਇਹਨਾਂ ਨੂੰ ਇੱਕ ਸੁਖਣੀ ਹੈ ਕਹਿੰਦੇ ਆ ਸਾਡੇ ਇਲਾਕੇ ਵਿੱਚ, ਬੜੇ ਭਲੇ ਪੁਰਸ਼ ਤੇ ਧਰਮੀ ਆ। ਜਿੰਨੀ ਕੁ ਵਾਜਬ ਹੁੰਦੀ ਨਾ ਜਿਹੜਾ ਲਾਭ ਵਸਤੂ 'ਚ ਓਨਾ ਕੀ ਕੱਢਦੇ, ਓਨਾ ਕੀ ਵਸਤੂ ਦਾ ਮੁੱਲ ਲੈਂਦੇ ਆ। ਤੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਤੇ ਹੀ ਹੋਏ ਤੁਮ ਕਲਿਆਣਾ। ਭਾਈ ਨੰਦਾ ਜੀ, ਭਾਈ ਸੁਆਮੀ ਦਾਸ, ਇਹ ਜਿਹੜਾ ਤੁਸੀਂ ਧੰਦਾ ਪਕੜਿਆ ਨਾ, ਜਿਹੜੀ ਧਰਮ ਦੀ ਕਿਰਤ ਕਰਦੇ ਹੋ, ਇਹ ਛੱਡਿਆ ਜੇ ਨਾ ਕਦੇ, ਇਸੇ ਨਾਲ ਹੀ ਤੁਹਾਡਾ ਕਲਿਆਣ ਹੋਣਾ ਹੈ। ਝੂਠ ਬਰਾਬਰ ਪਾਪ ਨਾ ਦੂਜਾ। ਕਿਉਂਕਿ ਝੂਠ ਬੋਲਣ ਦੇ ਬਰਾਬਰ ਹੋਰ ਕੋਈ ਪਾਪ ਨਹੀਂ ਹੁੰਦਾ ਹੈ। ਸਾਚ ਸਮਾਨ ਪੁੰਨ ਨਹਿ ਪੂਜਾ। ਤੇ ਸੱਚ ਦੇ ਵਰਗਾ ਕੋਈ ਸੰਸਾਰ ਤੇ ਪੁੰਨ ਨਹੀਂ ਪੁੱਜਦਾ। ਸੱਚ ਵਰਗਾ ਕੋਈ ਪੁੰਨ ਨਹੀਂ, ਝੂਠ ਵਰਗਾ ਕੋਈ ਪਾਪ ਨਹੀਂ ਹੈ। ਸਿੱਖਣ ਕੀ ਸੇਵਾ ਨਿਤ ਕਰੋ। ਨਿਤ ਸਿੱਖਾਂ ਦੀ ਸੇਵਾ ਵਿੱਚ ਤੁਸਾਂ ਨੇ ਧਿਆਨ ਰੱਖਣਾ। ਸਿੱਖਾਂ ਦੀ ਆਏ ਗਿਆਂ ਦੀ ਸੇਵਾ ਪੂਜਾ ਕਰੋ ਜੀ। ਗੁਰਮਤਿ ਸਦਾ ਹਿਰਦੈ ਉਰ ਧਰੋ। ਗੁਰੂ ਨਾਨਕ ਪਾਤਸ਼ਾਹ ਦੀ ਮੱਤ ਗੁਰਬਾਣੀ ਪੜ੍ਹਨੀ ਸੁਣਨੀ ਹੈ, ਹਿਰਦੇ ਵਿੱਚ ਵਿਚਾਰਨੀ ਹੈ। ਸੀਤ ਕਾਲ ਮਹਿੰਦੀ ਜਹ ਚੀਰ। ਤੇ ਬਾਕੀ ਤੁਹਾਡੇ ਸ਼ਾਹੂਕਾਰ ਤੁਸੀਂ ਹੋ, ਬੜਾ ਧੰਦਾ ਕੰਮ ਚੱਲਦਾ ਤੁਹਾਡਾ, ਮਾਇਆ ਰਿਜਕ ਵਾਲਿਓ। ਕੋਈ ਨੰਗਾ ਭੁੱਖਾ ਰੱਬ ਪਰਮੇਸ਼ਰ ਦਾ ਪਿਆਰਾ ਦਿਸੇ ਤੇ ਠੰਡ ਵਿੱਚ ਉਹਨੂੰ ਕੋਈ ਬਸਤਰ ਆਦਿਕ ਦੇਣੇ ਹਨ। ਭਲੇ ਕਰਮ ਮਹਿ ਕੀ ਜਹ ਧੀਰ। ਹੇ ਧੀਰ, ਧੀਰ ਨਾਮ ਬੁੱਧੀ ਦਾ, ਆਪਦੀ ਜਿਹੜੀ ਬੁੱਧੀ ਹੈ, ਬੁੱਧੀ ਦੀ ਬਿਰਤੀ ਹੈ ਨਾ, ਇਹ ਭਾਈ ਨੰਦਾ ਜੀ ਤੁਸੀਂ ਸਦਾ ਚੰਗੇ ਕੰਮਾਂ ਵਿੱਚ ਲਾਉਣੀ ਹੈ। ਆਪਦੀ ਬਿਰਤੀ ਨੂੰ ਭਟਕਣ ਨਹੀਂ ਦੇਣਾ ਹੈ। ਗੁਰੂ ਕੋ ਬਚਨ ਮਾਨ ਘਰ ਆਏ। ਤੇ ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਨੂੰ ਸ੍ਰੇਸ਼ਟ ਮੱਤ ਦਿੱਤੀ, ਬਚਨ ਮੰਨਿਆ ਘਰ ਪਰਤ ਆਏ ਹਨ। ਸਿੱਖਣ ਕੀ ਸੇਵਾ ਮਨ ਲਾਏ। ਆਪਦਾ ਮਨ ਇਹਨਾਂ ਸਿੱਖਾਂ ਦੀ ਸੇਵਾ ਵਿੱਚ ਲਾਇਆ ਹੈ। ਸੁਤ ਬਨਤਾ ਸਭ ਕੇ ਉਰ ਪਾਓ। ਹਾਂ, ਇਹਨਾਂ ਪਰਿਵਾਰ ਸਾਰਾ ਹੀ ਚੰਗਾ ਹੈ, ਘਰ ਵਾਲੀ ਵੀ, ਇਹਨਾਂ ਦੇ ਧੀਆਂ ਪੁੱਤਰ ਸਾਰੇ ਹੀ ਬਹੁਤ
ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹਨ ਤੇ ਸਿਧਾਂਤ ਦੇ ਨਾਲ ਪਿਆਰ ਕਰਨ ਵਾਲੇ ਹੈ। ਮਿਲਹਿ ਸਿੱਖ ਸੰਗ ਮਧੁਰ ਸੁਭਾਉ। ਤੇ ਜਦੋਂ ਇਹਨਾਂ ਨੂੰ ਸਿੱਖ ਕੋਈ ਮਿਲਦਾ ਜਾਂ ਘਰ ਵਿੱਚ ਆਉਂਦਾ, ਸਾਰਾ ਪਰਿਵਾਰ ਹੀ ਬਹੁਤ ਮਿੱਠੇ ਬੋਲ ਬੋਲਦਾ, ਸਿੱਖਾਂ ਦਾ ਸਤਿਕਾਰ ਕਰਦਾ ਹੈ। ਗੁਰਬਾਣੀ ਸੰਗ ਪਿਆਰ ਕਰਨ ਤੇ ਤੇ ਗੁਰਬਾਣੀ ਨਾਲ ਸਾਰਾ ਹੀ ਟੱਬਰ ਪ੍ਰੇਮ ਕਰਨ ਵਾਲਾ ਵੀ ਹੈ। ਪਠੈ ਸੁਨੈ ਤਿਸ ਪੰਥ ਚਲਨ ਤੇ ਤੇ ਬਾਣੀ ਪੜ੍ਹਦੇ ਐ, ਸੁਣਦੇ ਵਿਚਾਰਦੇ ਐ ਤੇ ਗੁਰਬਾਣੀ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਨ। ਚਰਨ ਪਖਾਰਹਿ ਸਿੱਖਣ ਕੇਰੇ। ਜੇ ਕੋਈ ਸਿੱਖ ਆ ਜਾਂਦਾ ਥੱਕਿਆ ਟੁੱਟਿਆ ਰਾਹ ਪਾਂਦੀ, ਉਹਦੇ ਚਰਨ ਧੋਂਦੇ ਐ ਗਰਮ ਜਲ ਦੇ ਨਾਲ, ਬਹੁਤ ਸੇਵਾ ਇਸ ਤਰ੍ਹਾਂ ਕਰਦੇ ਹਨ। ਭੋਜਨ ਵਸਤਰਨ ਦਾਨ ਕਨੇਰੇ। ਆਏ ਗਏ ਨੂੰ ਭੋਜਨ ਛਕਾਉਂਦੇ ਐ, ਭੁੱਖੇ ਨੂੰ, ਤੇ ਜੇ ਕੋਈ ਗਰੀਬ ਜਾਂ ਪਾਟੇ ਫਾਟੇ ਬਸਤਰ ਵਾਲਾ ਹੈ ਉਹਨੂੰ ਬਸਤਰ ਵੀ ਦਿੰਦੇ ਕਨੇਰੇ, ਬਹੁਤੇ ਹੀ। ਇਮ ਕਰਤੇ ਹੀ ਭਇਓ ਉਧਾਰ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਹੀ ਇਹਨਾਂ ਦਾ ਉਧਾਰ ਹੋਇਆ ਹੈ। ਇਉਂ ਕਰ ਕਰਕੇ ਸਾਧ ਸੰਗਤ ਜੀ, ਕੋਈ ਇੱਕ ਵੀ ਨਿਯਮ ਧਾਰ ਲਈਏ ਨਾ ਆਪਾਂ ਵੀ, ਮਰਿਆਦਾ ਤਾਂ ਸਤ ਵੇਖੋ, ਜਿਵੇਂ ਕਿਸੇ ਕਿਨਾਰੇ ਤੇ ਹਜ਼ਾਰਾਂ ਹੀ ਬੇੜੀਆਂ ਖੜੀਆਂ ਹੋਣ, ਜਿਹੜੀ ਤੇ ਚੜ੍ਹ ਜਾਓ ਛੱਡੋ ਨਾ ਬੇੜੀ ਤੇ ਕਿਨਾਰੇ ਪਹੁੰਚ ਜਾਈਦਾ। ਇਹਦਾ ਮਤਲਬ ਇਹ ਨਹੀਂ ਵੀ ਜਿਹੜੀ ਤੁਸੀਂ ਬੇੜੀ ਤੇ ਬਹਿ ਗਏ ਉਹ ਇਕੱਲੀ ਕਿਨਾਰੇ ਲਾਉਂਦੀ ਹੈ, ਜਿਹੜੀ ਤੇ ਬਹੋਗੇ ਉਹ ਹੀ ਕਿਨਾਰੇ ਲਾ ਦਿੰਦੀ ਹੈ, ਪਰ ਬੇੜੀ ਛੱਡੇ ਨਾ ਕੋਈ। ਤੇ ਇਸ ਤਰ੍ਹਾਂ ਕੋਈ ਸੇਵਾ, ਕੋਈ ਸਿਮਰਨ ਖਾਲਸਾ ਜੀ, ਦਇਆ, ਕਿਸੇ ਦੇ ਵਿੱਚ ਖਿਮਾ ਦਾ ਗੁਣ ਹੈ, ਕੋਈ ਬਾਣੀ ਪੜ੍ਹ ਲਵੇ, ਕੋਈ ਬਾਣੀ ਵਿਚਾਰ ਲਵੇ, ਨਹੀਂ ਪੜ੍ਹੀ ਵਿਚਾਰੀ ਜਾਂਦੀ ਕਥਾ ਸੁਣ ਲਓ, ਸੰਗਤ ਨਾ ਛੱਡੋ, ਆਏ ਗਏ ਦੀ ਸੇਵਾ ਕਰੋ। ਤੇ ਇਸ ਤਰ੍ਹਾਂ ਇੱਕ ਵੀ ਜੇ ਗੁਣ ਧਾਰ ਲਈਏ ਨਾ ਆਪਾਂ, ਇੱਕ ਵੀ ਪੱਲੇ ਬੰਨ੍ਹ ਲਓ ਵੀ ਇਹ ਨਹੀਂ ਛੱਡਣਾ, ਤੋ ਇੱਕ ਗੁਣ ਉਹ ਕਿਸ਼ਤੀ ਤੇ ਚੜ੍ਹਨ ਦੇ ਬਰਾਬਰ ਆ, ਜਿਹੜੀ ਇੱਕ ਨਾ ਇੱਕ ਦਿਨ ਕਿਨਾਰੇ ਤੇ ਲੈ ਜਾਂਦੀ ਹੈ। ਜਿਵੇਂ ਗਿਆਨੀ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਮਰਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਦੀ ਬਹੁਤ ਹੈ। ਇਹ ਨਹੀਂ ਵੀ ਹੁਣ ਨਾਮ ਜਿਹੜਾ ਕੋਈ ਨਿਤਨੇਮ ਕਰਦਾ ਉਹ ਆਖੇ ਜੀ ਲੋੜ ਹੀ ਨਹੀਂ ਹੁਣ ਨਿਤਨੇਮ ਦੀ, ਫਿਰ ਇੱਕ ਹੀ ਸਾਂਭ ਲਓ। ਵੀ ਪ੍ਰਮਾਣ ਦਾ ਖਾਲਸਾ ਜੀ ਇੱਕ ਪੱਖ ਲਈਦਾ ਹੈ। ਇਸ ਕਰਕੇ ਵੀ ਜਿਹੜਾ ਜਪ ਤਪ ਬਾਣੀ ਸੇਵਾ ਸਿਮਰਨ ਜਿੰਨਾ ਵਧਾ ਲਓ ਉਨਾ ਹੀ ਥੋੜ੍ਹਾ ਹੈ। ਪਰ ਜੋ ਕੋਈ ਬਹੁਤਾ ਹੀ ਨਿਗਰਿਆ ਹੋਇਆ ਨਾ, ਉਹ ਇਹ 2 ਵੇਲੇ ਗਿਆਨੀ ਜੀ ਕਹਿੰਦੇ ਇਕੱਲਾ ਕੰਘਾ ਹੀ ਕਰ ਲਵੇ, ਇਕੱਲਾ ਕੰਘਾ ਹੀ ਕਰੀ ਜਾਵੇ 2 ਵੇਲੇ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਨਾ ਕਿ ਦਾਤਨ ਕੁਰਲਾ ਨੀਤ ਕਰ ਨਾ ਦੁਖ ਪਾਵੈ ਲਾਲ ਜੀ, ਕੰਘਾ ਦੋਨੋਂ ਵਖਤ ਕਰ ਪਾਗ ਚੁਨਹਿ ਕਰ ਬੰਧਈ, ਦਾਤਨ ਕੁਰਲਾ ਨੀਤ ਕਰ ਨਾ ਦੁਖ ਪਾਵੈ ਲਾਲ ਜੀ। ਇਹ ਮਹਾਰਾਜ ਦੇ ਰਹਿਤਨਾਮਿਆਂ ਦੇ ਬਚਨ ਹਨ। ਵੀ ਕੋਈ ਇੱਕ ਹੀ ਪੱਲੇ ਬੰਨ੍ਹ ਲਈਏ। ਜਿਵੇਂ ਇੱਥੇ ਗਿਆਨੀ ਸੁਰਿੰਦਰ ਸਿੰਘ ਜੀ ਆਏ ਸੀ, ਬੁੱਢਾ ਦਲ ਦੇ ਹੈੱਡ ਗ੍ਰੰਥੀ, ਪਿੱਛੇ ਜਦੋਂ ਮਾਘੀ 'ਤੇ ਸਮਾਗਮ ਹੋਇਆ ਅਤੇ ਉਹ ਇੱਥੇ ਬੈਠੇ ਗੱਲਾਂ ਕਰਦੇ, ਅਤੇ ਉਹ ਸੁਭਾਅ ਕਿ ਕੋਈ ਸਿੰਘ ਦੱਸਣ ਲੱਗ ਪਏ ਅਤੇ ਕਿਸੇ ਸਿੰਘ ਦੇ ਔਗਣ ਫੋਲਣ ਲੱਗ ਪਏ। ਕਹਿੰਦੇ ਜੀ ਇਹ ਐਂ ਕਰਦਾ, ਅਤੇ ਗਿਆਨੀ ਸੁਰਿੰਦਰ ਸਿੰਘ ਉਹ ਸਾਧ ਸੰਗਤ ਜਦੋਂ ਗੱਲ ਕਰਦੇ ਆ ਨਾ, ਫਿਰ ਉਹਦਾ ਜਵਾਬ ਨਹੀਂ ਕਿਸੇ ਨੂੰ ਆਉਂਦਾ ਗਾ, ਇਹੋ ਜਿਹੀ ਗੱਲ ਕਰਦੇ ਆ। ਉਹ ਚੁੱਪ ਕਰਕੇ ਸੁਣੀ ਗਏ, ਅਤੇ ਜਦੋਂ ਉਹ ਚੁੱਪ ਕਰ ਗਿਆ ਨਾ, ਕਹਿੰਦੇ ਆਂਦੇ ਰਹਿੰਦਾ ਕਿੱਥੇ? ਆਂਦੇ ਜੀ ਗੁਰੂ ਘਰ ਰਹਿੰਦਾ। ਕਹਿੰਦੇ ਕਿੰਨਾ ਕੁ ਚਿਰ ਹੋ ਗਿਆ? ਕਹਿੰਦੇ ਜੀ 20 ਸਾਲ ਕਿ 15 ਸਾਲ। ਉਹ ਕਹਿੰਦਾ ਵੀ ਕੁਛ ਤਾਂ ਕਰਦਾ ਹੀ ਹੋਊਗਾ ਉੱਥੇ। ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਦਾ ਫਲ ਮਹਾਰਾਜ ਕਹਿੰਦੇ ਆ ਕਿ ਚੋਕਾ ਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਦਰਸ਼ਨ ਤਾਂ ਕਰਦਾ ਹੀ ਹੋਊ ਇਕੱਲੇ, ਦਰਸ਼ਨ ਨਾ ਵੀ ਕਰਦਾ ਹੋਏ ਤੇ ਗੁਰੂ ਘਰ ਦੇ ਵਿੱਚ ਰਹਿਣ ਦਾ ਕਿੱਡਾ ਫਲ ਹੈ। ਵੀ ਸਾਰਾ ਦਿਨ 20-22 ਸਾਲ ਉਹਨੇ ਗੁਰੂ ਘਰ ਲਾਏ ਆ, ਵੀ ਕੁਛ ਉਹ 20-22 ਸਾਲਾਂ 'ਚ ਉਹਨੇ ਕੁਛ ਤਾਂ ਕੀਤਾ ਹੀ ਹੋਊ ਨਾ, ਇੱਕ ਕੰਮ ਤਾਂ ਕੀਤਾ ਹੀ ਹੋਊ। ਨਾ ਚਾਹੁੰਦਾ ਦਰਸ਼ਨ ਤਾਂ ਕਰਦਾ ਹੀ ਹੋਊ। ਜੇ ਦਰਸ਼ਨ ਵੀ ਕਰਨ ਨੂੰ ਨਿਗਰਿਆ ਹੈ ਤੇ ਬਾਣੀ ਸਪੀਕਰ ਚੱਲਦੇ ਅਕਸਰ ਤਾਂ ਸੁਣਦਾ ਹੀ ਹੋਊ ਕੁਛ ਨਾ ਕੁਛ। ਸੁਣਤੇ ਪੁਨੀਤ ਕਹਿਤੇ ਪਵਿੱਤ, ਫਿਰ ਉਹਨੂੰ ਗੱਲ ਨਾ ਆਵੇ ਕੋਈ, ਕਹਿੰਦਾ ਮਹਾਰਾਜ ਐਂ ਤਾਂ ਦਰਸ਼ਨ ਕਰਦਾ ਮਹਾਰਾਜ ਦੇ ਸਾਰਾ ਦਿਨ, ਜਾਂ 2 ਵੇਲੇ 3-4 ਵੇਲੇ। ਕਹਿੰਦੇ ਨਾਂ ਦੇ ਰਾਖੀ ਤਾਂ ਕਰਦਾ ਹੀ ਹੈ ਗੁਰੂ ਦਰਬਾਰ ਦੀ, ਬੈਠਾ ਤਾਂ ਹੈ ਹੀ ਨਾ ਉੱਥੇ ਵੀ ਕੋਈ ਵੇਖਣ ਵਾਲਾ ਕੋਈ ਜੋ ਫਲਾਣਾ ਬੈਠਾ ਉੱਥੇ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਵਾਰੀ ਅਸੀਂ ਔਗਣ ਵੇਖਣ ਲੱਗ ਪੈਂਦੇ ਹਾਂ, ਲਓ ਜੀ ਫਲਾਣਾ ਇੰਨੇ ਚਿਰ ਦਾ ਇੱਥੇ ਰਹਿੰਦਾ, ਇਹਨੇ ਕੀ ਕੀਤਾ, ਇਹ ਵਿਸ਼ੇ ਭੋਗਦਾ ਹੈ। ਉਹ ਸਾਧ ਸੰਗਤ ਦੀ ਚਲੋ ਹੈ ਤਾਂ ਬੁਰੀ ਗੱਲ, ਪਰ ਵੇਖੀਏ ਤਾਂ ਸੱਚ ਹੈ ਵੀ ਉਹ ਅਕਸਰ ਕੁਛ ਤਾਂ ਕੀਤਾ ਹੀ ਹੋਊ ਨਾ ਉਹਨੇ ਉੱਥੇ। ਵੀ ਇੱਕ ਨਿਯਮ ਤਾਂ ਧਾਰਿਆ ਹੀ ਹੋਵੇ, ਇਕੱਲੇ ਹੋ ਸਕਦਾ ਦਰਸ਼ਨ ਹੀ ਕਰੀ ਜਾਵੇ,
ਆ ਪ੍ਰਸੰਗ ਵਿੱਚ ਜ਼ਿਕਰ ਕੀਤਾ ਕਵੀ ਜੀਆਂ ਵੀ ਉਹਨਾਂ ਦਾ ਪਰਿਵਾਰ ਦਾ ਐਂ ਹੀ ਉਧਾਰਾ ਹੋ ਗਿਆ ਵੀ ਭੁੱਖੇ ਨੂੰ ਪ੍ਰਸ਼ਾਦਾ ਤੇ ਨੰਗੇ ਨੂੰ ਵਸਤਰ ਦੇਈ ਜਾਂਦੇ ਸੀ। ਉਹ ਪੁੱਤ ਵੀ ਉਧਰ ਗਿਆ, ਧੀ ਵੀ ਉਧਰੀ। ਇਹ ਦੋਵੇਂ ਜਿਹੜੇ ਪਤੀ ਪਤਨੀ ਭਾਈ ਨੰਦਾ ਤੇ ਭਾਈ ਸੁਆਮੀ ਜੀ ਦਾ ਪਰਿਵਾਰ, ਭਾਈ ਸੁਆਮੀ ਦਾਸ ਦਾ, ਇਹ ਇੱਕ ਨਿਯਮ ਮਹਾਰਾਜ ਦਾ ਪੱਲੇ ਬੰਨ੍ਹ ਕੇ ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਸਿੱਖਿਆ ਸੁਣ ਕੇ ਇਹਨਾਂ ਨੇ ਪਾਰ ਉਧਾਰਾ ਕਰ ਲਿਆ, ਸਿੱਖਾਂ ਦੀ ਸੇਵਾ ਕਰੀ ਗਏ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਕੋਈ ਕਮੀ ਨਹੀਂ ਛੱਡੀ, ਬੜੀ ਦਇਆ ਕੀਤੀ ਹੈ। ਪਾਏ ਪਰਮ ਪਦ ਗੁਰ ਦਰਬਾਰ। ਗੁਰੂ ਪਾਤਸ਼ਾਹ ਸੱਚਖੰਡ ਜਿਹੜਾ ਦਰਬਾਰ ਅਕਾਲ ਪੁਰਖ ਦਾ ਹੈ, ਉਸ ਦਰਬਾਰ ਸੱਚਖੰਡ ਦੇ ਵਿੱਚ ਪਰਮ ਪਦਵੀ ਭਾਵ ਗੁਰਮੁਖਾਂ ਭਗਤਾਂ ਬ੍ਰਹਮ ਗਿਆਨੀਆਂ ਵਾਲੀ ਪ੍ਰਾਪਤ ਕੀਤੀ ਹੈ। ਗੋਪੀ ਮਹਿਤਾ ਨੱਥਾ ਔਰ। ਮਹਿਤਾ ਗੋਤ ਦੇ ਭਾਈ ਗੋਪੀ ਜੀ, ਭਾਈ ਨੱਥਾ ਜੀ, ਇਸ ਤੋਂ ਇਲਾਵਾ ਹੋਰ ਜੋ ਸਿੱਖ ਹਨ। ਭਾਊ ਮੋਕਲ ਮਿਲ ਇੱਕ ਠੌਰ। ਮੋਕਲ ਜਾਤ ਦੇ ਭਾਈ ਮੋਕਲ ਜੀ, ਭਾਊ ਉਹਨਾਂ ਦਾ ਜਿਵੇਂ ਅੱਲ ਪੱਕੀ ਹੋਈ ਹੈ, ਇਹ ਵੀ ਮਿਲ ਕੇ ਪਾਤਸ਼ਾਹ ਪਾਸ ਆਏ ਹਨ। ਦਿੱਲੀ ਮੰਡਲ ਗੁਰ ਟਿਗ ਆਏ। ਭਾਈ ਠਿਲੀ ਜੀ ਆਏ ਹੈ, ਜਿਨ੍ਹਾਂ ਦੇ ਨਾਂ ਦੇ ਮਗਰ ਮੰਡਲ ਲਕਬ ਲੱਗਦਾ ਹੈ। ਬੰਦਨ ਕਰ ਸਭ ਦਰਸ਼ਨ ਪਾਏ। ਤੇ ਮਹਾਰਾਜ ਨੂੰ ਬੰਦਨਾ ਕੀਤੀ, ਸ਼ੁਭ ਦਰਸ਼ਨ ਪਾਏ, ਹਜ਼ੂਰ ਦੇ ਸੁੰਦਰ ਦਰਸ਼ਨ ਪ੍ਰਾਪਤ ਕੀਤੇ ਹੈ। ਹਿਰਦੇ ਵਿੱਚ ਠੰਡ ਪਈ ਹੈ। ਹੱਥ ਜੋੜ ਪ੍ਰਸੰਗ ਬਖਾਨਾ। ਤੇ ਹੱਥ ਜੋੜ ਕੇ ਇਹਨਾਂ ਨੇ ਪਾਤਸ਼ਾਹ ਮਹਾਰਾਜ ਦੇ ਅੱਗੇ ਪ੍ਰਸੰਗ ਆਖਿਆ, ਇੱਕ ਬੇਨਤੀ ਕੀਤੀ ਹੈ। ਬਾਣੀ ਰਚੀ ਆਪ ਵਿਧਨਾਨਾ। ਮਹਾਰਾਜ ਆਪ ਦੀਆਂ ਬੜੇ ਤਰ੍ਹਾਂ ਦੀ, ਬੜੇ ਪ੍ਰਸੰਗਾਂ ਤੇ ਬੜੇ ਪਾਪਾਂ ਨੂੰ ਸੁਧਾਰਨ ਵਾਸਤੇ, ਬੜੀਆਂ ਕੁਰੀਤੀਆਂ ਨੂੰ ਰੀਤੀਆਂ ਵਿੱਚ ਬਦਲਣ ਵਾਸਤੇ, ਸਮਾਜ ਦੇ ਭਲੇ ਵਾਸਤੇ, ਜੀਵਾਂ ਦੀ ਕਲਿਆਣ ਵਾਸਤੇ ਬੜੇ ਤਰ੍ਹਾਂ ਬਾਣੀ ਉਚਾਰਨ ਕੀਤੀ ਹੈ। ਪੜ੍ਹਤ ਸੁਨਤ ਮਨ ਕੋ ਸੁਖ ਦੇਤ। ਜਿਹੜੀ ਤੁਹਾਡੀ ਬਾਣੀ ਕੋਈ ਪੜ੍ਹਦਾ ਹੈ, ਸੁਣਦਾ ਹੈ, ਉਹਦੇ ਮਨ ਨੂੰ ਬਹੁਤ ਸੁੱਖ ਪ੍ਰਾਪਤ ਹੁੰਦਾ ਹੈ। ਪ੍ਰੇਮ ਵਧਾਵੈ ਦੁਖ ਹਰ ਲੇਤ। ਤੁਹਾਡੀ ਬਾਣੀ ਜਿਹੜਾ ਪੜ੍ਹਦਾ, ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਵੱਧਦਾ ਹੈ ਤੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਵਿਸ਼ਿਆਨ ਤੇ ਸ਼ਾਂਤੀ ਉਪਜਾਵੈ। ਤੇ ਵਿਸ਼ਿਆਂ ਤੋਂ ਸ਼ਾਂਤ, ਜਿਹੜੀ ਬਿਰਤੀ ਜਾਂ ਮਨ ਹੈ, ਉਹ ਵਿਸ਼ੇ ਵਿਕਾਰਾਂ ਤੋਂ ਸ਼ਾਂਤ ਹੋ ਜਾਂਦਾ ਹੈ। ਸਤਿਨਾਮ ਕੋ ਸਿਮਰਨ ਭਾਵੈ। ਤੇ ਵਾਹਿਗੁਰੂ 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 ਦਾ ਸਿਮਰਨ ਬੜਾ ਚੰਗਾ ਲੱਗਦਾ ਹੈ। ਤੁਹਾਡੀ ਬਾਣੀ ਪੜ੍ਹਨ ਵਾਲਿਆਂ ਨੂੰ ਨਾਮ ਸਿਮਰਨ ਬਹੁਤ ਪਿਆਰਾ ਲੱਗਦਾ ਹੈ। ਕੇਤਿਕ ਅਪਰਣ ਕੀਨ ਸਬਾਨੀ। ਪਰ ਮਹਾਰਾਜ ਹੋਰ ਵੀ ਬੜਿਆਂ ਦੀ ਬਾਣੀ ਸੁਣੀ ਜਾਂਦੀ ਹੈ, ਵੀ ਬੜੇ ਮਿਹਰਬਾਨ ਵਰਗੇ, ਪ੍ਰਿਥੀ ਚੰਦ ਵਰਗੇ ਜਾਂ ਹੋਰ ਦੂਜੇ ਤੀਜੇ ਨਾਸਤਕ ਲੋਕ ਬਹੁਤ ਬਾਣੀ ਆਪ ਦੀ ਉਚਾਰ ਰਹੇ ਆ, ਕੋਲੋਂ ਹੀ ਬਣਾ ਬਣਾ ਕੇ ਟੱਪੇ ਲਿਖੀ ਜਾ ਰਹੇ ਹਨ। ਬਹੁ ਵਿਦ ਤੇ ਚਾਤੁਰਤਾ ਸਾਨੀ। ਵੀ ਚਾਤਰਤਾ ਦੇ ਨਾਲ ਵੀ ਕੋਈ ਕਾਵ ਰਚਨਾ ਰਚ ਲੈਂਦਾ ਹੈ ਮਹਾਰਾਜ, ਕੋਈ 4 ਅੱਖਰ ਪੜ੍ਹਿਆ ਤੇ ਧੁਰ ਕੀ ਬਾਣੀ ਤਾਂ ਉਹਨਾਂ ਨੂੰ ਆਉਣੀ ਨਹੀਂ ਹੈ, ਤੇ ਆਪਦੇ ਕੋਲੋਂ ਹੀ ਚਲਾਕੀ ਨਾਲ, ਕੋਈ ਚਤੁਰਾਈ ਨਾਲ ਟੱਪੇ ਬਣਾ ਬਣਾ ਕੇ ਮੇਲ ਮੇਲ ਕੇ ਛੰਦ ਲਿਖੀ ਜਾਂਦੇ ਆ। ਤਿਨ ਤੇ ਮਨ ਨਹਿ ਦਰਵੈ ਸੁਨੇਤੇ। ਤੇ ਮਹਾਰਾਜ ਜੋ ਕੋ ਪੜ੍ਹ ਵੀ ਲੈਂਦਾ ਹੈ ਨਾ ਰੋਜ਼, ਪਰ ਮਨ ਨਹੀਂ ਉਹ ਪੜ੍ਹਨ ਦੇ ਨਾਲ, ਕੱਚੀ ਬਾਣੀ ਪੜ੍ਹਨ ਦੇ ਨਾਲ ਮਨ ਨਹੀਂ ਮਹਾਰਾਜ ਦਰਵੀ ਭੂਤ ਹੁੰਦਾ, ਮਨ ਨਹੀਂ ਕੋਮਲ ਹੁੰਦਾ ਹੈ। ਪ੍ਰੇਮ ਨ ਉਪਜੈ ਹਿਰਦੈ ਪਨੇ ਤੇ। ਮਹਾਰਾਜ ਜਿੰਨਾ ਮਰਜੀ ਪੜ੍ਹੀ ਜਾਈਏ ਤੇ ਹਿਰਦੇ ਵਿੱਚ ਪ੍ਰੇਮ ਜਿਹੜਾ ਉਹ ਪੈਦਾ ਨਹੀਂ ਹੁੰਦਾ ਹੈ। ਸ੍ਰੀ ਮੁਖ ਤੇ ਫੁਰਮਾਵਨ ਕੀਨਾ। ਉਹ ਨਾ ਬਾਣੀ ਕੱਚੀ ਸੁਣਨ ਨਾਲ ਮਨ ਦਾ ਕੁਝ ਸੁਧਾਰ ਹੁੰਦਾ ਹੈ, ਮਨ ਪੰਗਲਦਾ ਹੈ, ਪਾਪਾਂ ਤੋਂ ਹਟਦਾ ਹੈ, ਨਾ ਪੜ੍ਹਨ ਦੇ ਨਾਲ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨਾ ਪ੍ਰੇਮ ਪੈਦਾ ਹੁੰਦਾ। ਇਹ ਸੁਣ ਕੇ ਗਰੀਬ ਨਵਾਜ ਮੁਖੋਂ ਬੋਲੇ ਹਨ, ਗੁਰਬਾਣੀ ਮਹਿ ਸ਼ਕਤ ਪ੍ਰਬੀਨਾ। ਕਹਿੰਦੇ ਭਾਈ ਹੁਣ ਦੂਜੀ ਜਿਹੜੀ ਕੱਚੀ ਬਾਣੀ ਕਿਸੇ ਦੇ ਐਵੇਂ ਕੋਲੋਂ ਬਣਾ ਕੇ ਟੱਪੇ ਕਹੇ ਹੋਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੀ ਬਰਾਬਰਤਾ ਨਹੀਂ ਨਾ ਕਰ ਸਕਦੀ। ਗੁਰੂ ਨਾਨਕ ਪਾਤਸ਼ਾਹ ਦੀ, ਗਰੀਬ ਨਵਾਜ ਜੀਆਂ ਦੀ ਬਾਣੀ ਵਿੱਚ ਤਾਂ ਮਹਾਨ ਸ਼ਕਤੀ ਹੈ ਭਾਈ, ਬੜਾ ਬਲ ਹੈ। ਇਹ ਜਾਣੋ ਸਿਆਣੇ ਜਨੋ, ਜਿਨ ਪ੍ਰਾਨੀ ਚਾਹਿਓ ਕਲਿਆਣਾ। ਜਿਨ੍ਹਾਂ ਪ੍ਰਾਣੀਆਂ ਨੇ ਕਲਿਆਣ, ਜਾਂ ਜਿਸ ਗੁਰੂ ਨਾਨਕ ਪਾਤਸ਼ਾਹ ਜੀਆਂ ਇਸ ਪ੍ਰਾਣਾ ਧਰੀ ਜੀਵਾਂ ਦੇ ਕਲਿਆਣ ਚਾਹ ਕਰਕੇ ਬਾਣੀ ਉਚਾਰੀ ਹੈ। ਸੋ ਜੇ ਪਠਹਿ ਸੁਨਹਿ ਸੁਭ ਕਾਨਾ। ਤੇ ਜਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪ੍ਰਾਣੀ ਆਪਦੀ ਕਲਿਆਣ ਚਾਹੁੰਦੇ ਹੈ, ਉਹ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਾਵਨ ਬਾਣੀ ਜਿਹੜੀ ਅਸੀਂ 5 ਜਾਮਿਆਂ 'ਚ ਉਚਾਰੀ ਹੈ, ਉਹ ਬਾਣੀ ਪੜ੍ਹ ਲੈਣ, ਸੁਣ ਲੈਣ। ਸ਼ੁਭ ਕਾਨਾ,
ਸ਼੍ਰੇਸ਼ਟ ਕੰਨ ਹੋ ਜਾਂਦੇ ਆ ਜਾਂ ਸ਼੍ਰੇਸ਼ਟ ਕੰਨਾਂ ਦੇ ਨਾਲ। ਫਲ ਵਿਸਾਲ ਤਿਸ ਪ੍ਰਾਪਤ ਹੋਏ। ਪ੍ਰੇਮ ਵਾਲੇ ਸਿੱਖਾਂ ਨੂੰ ਗੁਰਬਾਣੀ ਬੜਾ ਫਲ ਦਿੰਦੀ ਹੈ ਭਾਈ, ਬੜੇ ਤਰ੍ਹਾਂ ਦੇ ਮਨ ਇੱਛੇ ਫਲ ਪ੍ਰਾਪਤ ਹੋ ਜਾਂਦੇ ਆ। ਬਹੁ ਅਭਿਆਸ ਕਰਹਿ ਨਰ ਜੋਏ। ਤੇ ਇਸ ਤੋਂ ਬਿਨਾ ਫਿਰ ਜਿਹੜਾ ਕੋਈ ਅਭਿਆਸ ਕਰਦਾ ਵੀ ਬਾਣੀ ਸੁਣ ਲੈਂਦੇ ਆ, ਕਈ ਮੰਨ ਲੈਂਦੇ ਆ ਬੜਾ ਫਲ ਹੈ, ਪੜ੍ਹਨ ਦਾ ਬੜਾ ਫਲ ਹੈ, ਪਰ ਬਾਣੀ ਪੜ੍ਹ ਸੁਣ ਕੇ ਜੇ ਕੋਈ ਅਭਿਆਸੀ ਬਣ ਜਾਵੇ ਬਾਣੀ ਦਾ, ਸੋ ਹੋਏ ਜਾਤ ਮੁਕੰਦ ਪਰਾਇਣ। ਉਹ ਫਿਰ ਮੁਕਤੀ ਦਾ ਤੇ ਅਕਾਲ ਪੁਰਖ ਦੇ ਆਸਰੇ ਹੋ ਜਾਂਦਾ। ਫਿਰ ਹੋਰ ਕਿਸੇ ਦਾ ਕੋਈ ਆਸਰਾ ਕਨੌੜ ਨਹੀਂ ਤੱਕਦਾ ਭਾਈ। ਕੇਵਲ ਤੇ ਕੇਵਲ ਪ੍ਰਵਾਹ ਨਾਹੀ ਕਿਸੈ ਕੇਰੀ ਬਾਝ ਸੱਚੇ ਨਾ। ਜਿਹੜੇ ਗੁਰਬਾਣੀ ਦੇ ਅਭਿਆਸੀ ਹੈ ਉਹ ਫਿਰ ਕਿਸੇ ਦੂਜੇ ਤੀਜੇ ਦੀ ਪਰਵਾਹ ਨਹੀਂ ਕਰਦੇ, ਕੇਵਲ ਤੇ ਕੇਵਲ ਪਰਮੇਸ਼ਰ ਦੇ ਪ੍ਰਾਇਣ ਹੋ ਜਾਂਦੇ ਆ, ਆਸਰੇ ਹੋ ਜਾਂਦੇ ਆ। ਸਿਮਰਨ ਕਰਹਿ ਕੋ ਸੰਗਹਿ ਪਾਏ ਨਾ। ਤੇ ਪਾਏ ਨਾ, ਨਹੀਂ ਪ੍ਰਾਪਤ ਕਰਦੇ ਖੋਟੀ ਸੰਗਤ। ਫਿਰ ਕੀ ਕਰਦੇ ਆ? ਮਹਾਰਾਜ ਕਹਿੰਦੇ ਸਿਮਰਨ ਕਰਦੇ ਆ ਭਾਈ, ਆਪਣੇ ਸਿਮਰਨ ਵਿੱਚ ਲੱਗੇ ਰਹਿੰਦੇ ਆ, ਖੋਟਿਆਂ ਮਨਮੁਖਾਂ ਸਾਖਤਾਂ ਦੀ ਸੰਗਤ ਨਹੀਂ ਕਰਦੇ, ਛੱਡ ਦਿੰਦੇ ਆ। ਜਗ ਮਹਿ ਪਾਏ ਕਾਮਨਾ ਸੁਖੀ। ਤੇ ਸੰਸਾਰ ਦੇ ਵਿੱਚ ਸਾਰੀਆਂ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਭਾਈ, ਬਾਣੀ ਪੜ੍ਹਨ ਤੇ ਅਭਿਆਸ ਕਰਨ ਵਾਲੇ ਦੀਆਂ। ਸਦਾ ਸੁਖੀ ਰਹਿੰਦੇ ਮਨ ਕਰਕੇ ਸ਼ਾਂਤ। ਨਹਿ ਪਰਲੋਕ ਮਹਿ ਕੈਸੇ ਦੁਖੀ। ਜਿਹੜੇ ਸੰਸਾਰ ਵਿੱਚ ਬੜੇ ਸੁਖੀ ਰਹਿੰਦੇ ਆ, ਮਨ ਕਰਕੇ ਸ਼ਾਂਤ ਰਹਿੰਦੇ ਆ, ਜੈਸਾ ਮਰਜ਼ੀ ਸਮਾਂ ਆਵੇ, ਇਹੋ ਜਿਹੇ ਅਭਿਆਸੀਆਂ ਨੂੰ ਕਿਵੇਂ ਭਾਈ ਪਰਲੋਕ ਵਿੱਚ ਦੁੱਖ ਹੋ ਸਕਦਾ? ਉਹ ਤਾਂ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਦੋਵੇਂ ਜਹਾਨ ਉਹਨਾਂ ਦੇ ਸਫਲੇ ਹਨ। ਤਿਨ ਸਿੱਖਣ ਸੁਨ ਕੈ ਸੁਖ ਪਾਇਓ। ਗਰੀਬ ਨਵਾਜ ਮਹਾਰਾਜ ਤੋਂ ਉਪਦੇਸ਼ ਸੁਣ ਕੇ ਨਾ ਸਾਰੇ ਸਿੱਖਾਂ ਨੇ ਬੜਾ ਸੁਖ ਪ੍ਰਾਪਤ ਕੀਤਾ ਹੈ। ਗੁਰਬਾਣੀ ਸੰਗ ਪ੍ਰੇਮ ਵਧਾਇਓ। ਗੁਰੂ ਕੀ ਬਾਣੀ ਦੇ ਨਾਲ ਬਹੁਤ ਪ੍ਰੇਮ ਵੱਧ ਚੁੱਕਾ ਹੈ ਵੀ ਅਸੀਂ ਵੀ ਪੜ੍ਹੀਏ, ਬਾਣੀ ਸੁਣੀਏ, ਅਭਿਆਸ ਕਰੀਏ ਤੇ ਸਾਡੇ ਵੀ ਕਿਤੇ ਹਿਰਦੇ ਨੂੰ ਸ਼ਾਂਤੀ ਆਵੇਗੀ। ਮਹਿਤਾ ਸਕਤੂ ਸਿੱਖ ਨਿਹਾਲੂ। ਭਾਈ ਸਕਤੂ ਜੀ ਮਹਿਤਾ ਇੱਕ ਭਾਈ ਨਿਹਾਲੂ ਜੀ ਨਾਮ ਦਾ ਸਿੱਖ। ਬਸ ਹੈ ਆਗਰੇ ਸੁਮਤ ਵਿਸਾਲੂ। ਇਹ ਦੋਨੇ ਆਗਰੇ ਦੇ ਰਹਿਣ ਵਾਲੇ ਹੈ, ਜਿੱਥੇ ਤਾਜ ਮਹੱਲ ਹੈ ਉਹ ਆਗਰੇ ਦੇ ਰਹਿਣ ਵਾਲੇ, ਤੇ ਸ਼੍ਰੇਸ਼ਟ ਮੱਤ ਬੜੀ ਭਾਰੀ ਇਹਨਾਂ ਅੰਦਰ ਹੈ। ਦਰਸ਼ਨ ਸ੍ਰੀ ਅਰਜਨ ਕੇ ਆਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਏ ਹੈ। ਬੰਦਨ ਕਰ ਕੇ ਬੈਠ ਅਲਾਏ। ਬੰਦਨਾ ਕੀਤੀ ਹਜ਼ੂਰ ਦੇ ਪਾਸ ਬਹਿ ਗਏ ਹੈ। ਫਿਰ ਬੇਨਤੀ ਕਰਨ ਲੱਗੇ, ਵਿਪਰ ਕਰਮ ਕਾਂਡੀ ਇਮ ਕਹੈ। ਕਿ ਪਾਤਸ਼ਾਹ ਮਹਾਰਾਜ ਜਿਹੜੇ ਕੋਈ ਕਰਮ ਕਾਂਡੀ ਬ੍ਰਾਹਮਣ ਹੁੰਦੇ ਆ ਉਹ ਸਾਡੇ ਤਾਈਂ ਇਸ ਤਰ੍ਹਾਂ ਕਹਿੰਦੇ ਹਨ, ਬਿਨ ਸ਼ੁਭ ਕਰਮ ਨਾ ਸ਼ੁਭ ਗਤ ਲਹੈ। ਵੀ ਇਹ ਕਹਿੰਦੇ ਵੀ ਜਿੰਨਾ ਚਿਰ ਚੰਗਾ ਕਰਮ ਨਾ ਕਰੀਏ, ਸ਼ੁਭ ਕਰਮ ਜਿਵੇਂ ਕੋ ਉਹ ਦੱਸਣਗੇ ਅੱਗੇ ਵੀ ਕਿਹੜੇ ਸ਼ੁਭ ਕਰਮ ਹੈ। ਤੋ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਵੀ ਬ੍ਰਾਹਮਣ ਲੋਕ ਜਿਹੜੇ ਕੋ ਕਰਮ ਕਾਂਡੀ ਹੈ, ਕਰਮ ਕਾਂਡ ਨੂੰ ਮੁੱਖ ਅੰਗ ਮੰਨਦੇ ਪਰਮੇਸ਼ਰ ਦੀ ਪ੍ਰਾਪਤੀ ਦਾ, ਉਹ ਕਹਿੰਦੇ ਚੰਗੇ ਸ਼ੁਭ ਕਰਮਾਂ ਤੋਂ ਬਿਨਾਂ ਜੀਵ ਦੀ ਕਦੇ ਮੁਕਤੀ ਨਹੀਂ ਹੋ ਸਕਦੀ ਹੈ। ਨਿਤ ਕਰਮ ਤਰਪਣ ਗਾਇਤਰੀ। ਵੀ ਉਹ ਕਹਿੰਦੇ ਨਿਤ ਤੇ ਨਿਮਿਤ ਕਰਮ ਕਰਨੇ ਜ਼ਰੂਰੀ ਹੈ। ਜਿਵੇਂ ਨਿਮਿਤ ਕਰਮ ਹੈ ਸੂਰਜ ਨੂੰ ਪਾਣੀ ਦੇਣਾ, ਗਾਇਤਰੀ ਦਾ ਮੰਤਰ ਪੜ੍ਹਨਾ, ਜੋ ਸੰਧਿਆ ਪੂਜਾ ਦੇਹ ਪਵਿੱਤਰੀ। ਤੇ 3 ਸੰਧਿਆ ਕਰਨੀਆਂ, ਇਸ਼ਨਾਨ 3 ਕਰਨੇ, ਤੇ ਪੂਜਾ ਕਰਨੀ ਇਸ਼ਟ ਦੇਵ ਦੀ ਜਾਂ ਮੂਰਤੀ ਪੂਜਾ। ਕਰਮ ਨਿਮਿਤ ਸ਼ਰਾਧ ਅਰ ਖਵਾਹੋ। ਤੇ ਨਾਲ ਉਹ ਕਹਿੰਦੇ ਵੀ ਇੱਕ ਨਿਮਿਤ ਕਰਮ ਹੈ ਜਿਹੜੇ ਜਿਹਦੇ ਵਿੱਚ ਕੋਈ ਸ਼ਰਾਧ ਖਵਾਉਣੇ ਜਿਹੜੇ ਆ, ਕੋਈ ਆਖਿਆਹੋ ਕਰਨੇ ਹਨ, ਜਿਨ੍ਹਾਂ ਦਿਨਾਂ ਵਿੱਚ ਪ੍ਰਾਣੀ ਚੜ੍ਹਾਈ ਕੀਤਾ ਹੁੰਦਾ ਸਾਲ ਦੇ ਸਾਲ, ਉਹਨਾਂ ਜਿਹੜਾ ਦਿਨਾਂ ਦੇ ਵਿੱਚ ਕੋਈ ਖਿਆਓ ਕਰਨੇ ਉਹਨੂੰ ਖਿਆਓ ਕਹਿੰਦੇ ਆ। ਤੇ ਜਿਹੜੇ ਆਸੂ ਦੇ ਮਹੀਨੇ ਵਿੱਚ ਚੱਲਦੇ ਉਹਨਾਂ ਨੂੰ ਸ਼ਰਾਧ ਆਖਦੇ ਆ। ਕਹਿੰਦੇ ਮਹਾਰਾਜ ਉਹ ਕਹਿੰਦੇ ਕਿਸੇ ਦੇ ਨਿਮਿਤ ਜਿਹੜਾ ਨਿਮਿਤ ਕਰਮ ਹੈ ਸ਼ਰਾਧ ਕਰਨੇ, ਤੇ ਕੋਈ ਆਖਿਆਓ ਕੱਢਣੇ ਖਵਾਉਣੇ, ਜਿਹੜੇ ਇਹ ਕਰਮ ਕਰਨੇ ਜ਼ਰੂਰੀ ਹਨ। ਪਿੰਡ ਪੱਤਲ 10 ਗਾਤਰ ਜੇ ਆਹੋ। ਹਾਂ ਪਿੰਡ ਪੱਤਲ ਵੀ ਪਿੰਡ ਜੇ ਭਰਾਉਣੇ ਤੇ ਪੱਤਲਾਂ ਰੋੜਨੀਆਂ। ਇਸੇ ਤਰ੍ਹਾਂ ਜਿਹੜੇ ਹੈ ਗੁਰੂ ਗਰੀਬ ਨਵਾਜ ਨਾਲ ਇਹ ਵੀ ਕਹਿੰਦੇ ਵੀ ਮ੍ਰਿਤਕ ਦੇ ਸੰਬੰਧੀ ਜਿਹੜਾ ਕੋਈ ਕਰਮ ਹੈ ਵੀ 10 ਦਿਨਾਂ ਦੇ ਵਿੱਚ ਜਿਹੜਾ ਹੋ ਜਾਵੇ ਉਹ ਕਰਮ ਨਿਮਿਤ ਕਰਮ ਕਹਾਉਂਦਾ। ਇਹ ਵੀ ਬੜਾ ਕਰਨਾ ਜ਼ਰੂਰੀ ਹੈ। ਜੋ ਗਿਆਨੀ ਸੋ ਅਪਰ ਬਖਾਨੇ। ਪਰ ਮਹਾਰਾਜ ਕਰਮ ਕਾਂਡੀ ਤਾਂ ਐਂ ਕਹਿੰਦੇ ਆ
ਜਿਹੜੇ ਕੋ ਗਿਆਨਵਾਨ ਲੋਕ ਹੈ ਉਹ ਇਹ ਗੱਲ ਆਖਦੇ ਹਨ ਕਰਮ ਸਹਿਤ ਤਨ ਮਿਥਿਆ ਮਾਨੇ। ਵੀ ਸਰੀਰ ਵੀ ਮਿਥਿਆ ਹੈ ਤੇ ਸਰੀਰ ਤੋਂ ਦੇ ਨਾਲ ਨਾਲ ਜਿੰਨੇ ਕਰਮ ਕਾਂਡ ਹੈ ਨਿਤ ਨਮਿਤ ਸਾਰੇ ਹੀ ਝੂਠੇ ਹਨ। ਗਿਆਨ ਬਿਨਾ ਗਤ ਪਾਏ ਨ ਤੇ ਕੋਈ। ਉਹ ਕਹਿੰਦੇ ਆ ਵੀ ਗਿਆਨ ਬਿਨਾ ਸੰਸਾਰ ਵਿੱਚ ਕਿਸੇ ਦੀ ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਪ੍ਰਾਪਤ ਹੁੰਦੀ। ਤੇ ਕਰਮਕਾਂਡੀ ਲੋਕ ਕਹਿੰਦੇ ਆ ਨਿਤ ਨਿਮਿਤ ਕਰਮ ਬਿਨਾ ਕਲਿਆਣ ਨਹੀਂ ਹੁੰਦਾ ਹੈ। ਵੇਦ ਨੇਮ ਕਰ ਉਚਰੋ ਸੋਈ। ਉਹ ਕਹਿੰਦੇ ਵੇਦ ਦਾ ਨਿਯਮ ਕਰਕੇ ਉਚਾਰਨਾ ਹੈ ਜਾਂ ਵੇਦ ਨਾਮ ਗਿਆਨ ਦਾ ਗਿਆਨ ਜਿਹੜਾ ਨੇਮ ਕਰਕੇ ਉਚਰੋ ਸੋਈ ਉਹ ਉਚਾਰਨਾ ਪੜ੍ਹਨਾ ਚਾਹੀਏ। ਹਮ ਕਿਸ ਗ੍ਰਹਿਣ ਕਰਾਏ ਹਿਤ ਧਾਰ। ਜਾਂ ਮਹਾਰਾਜ ਦੱਸੋ ਵੀ ਕਿਹੜਾ ਨੇਮ ਵੀ ਅਸੀਂ ਨੇਮ ਕਰੀਏ ਕਰਮਕਾਂਡ ਕੇ ਵੇਦ ਗਿਆਨ ਲਈਏ। ਆਪ ਜੀ ਦੱਸੋ ਪਾਤਸ਼ਾਹ ਜੀ, ਅਸੀਂ ਕਰਮ ਕਾਂਡ ਵਿੱਚੋਂ ਤੇ ਗਿਆਨ ਪ੍ਰਾਪਤੀ ਵਿੱਚੋਂ ਕਿਹੜਾ ਰਸਤਾ ਧਾਰਨ ਕਰੀਏ ਜੀ। ਸ਼੍ਰੀ ਮੁਖ ਤੇ ਤਬ ਕੀਨ ਉਚਾਰ। ਤੋ ਗਰੀਬ ਨਵਾਜ ਜੀਆਂ ਸ਼੍ਰੀ ਕੰਠ ਤੋਂ ਉਚਾਰਨਾ ਕੀਤਾ ਹੈ। ਜਿਮ ਦੋ ਭਾਸੀਆ ਬੀਚ ਜਹਾਜ। ਪਾਤਸ਼ਾਹ ਕਹਿੰਦੇ ਭਾਈ ਜਿਵੇਂ ਦੁਭਾਸ਼ੀਆ ਹੁੰਦਾ ਨਾ, ਜਿਹਨੂੰ ਟਰਾਂਸਲੇਟਰ ਕਹਿੰਦੇ ਆ, ਹੁਣ ਵੀ ਇੱਕ ਭਾਸ਼ਾ ਕੋਈ ਹੋਰ ਬੋਲਦਾ ਦੂਜਾ ਬੰਦਾ ਕੋਈ ਹੋਰ ਬੋਲਦਾ, ਉਹ ਦੋਵੇਂ ਭਾਸ਼ਾ ਜਾਣਦਾ ਹੋਵੇ ਤੇ ਉਹਨਾਂ ਦੀ ਗੱਲਬਾਤ ਸਾਰੀ ਸਮਝਾ ਦੇਵੇ। ਵੀ ਇਹ ਜਿਵੇਂ ਕੋਈ ਪੰਜਾਬੀ ਬੋਲਦਾ ਦੂਜਾ ਅੰਗਰੇਜ਼ੀ ਬੋਲਦਾ, ਅੰਗਰੇਜ਼ ਨੂੰ ਪੰਜਾਬੀ ਨਹੀਂ ਸਮਝ ਆਉਂਦੀ, ਪੰਜਾਬੀ ਨੂੰ ਅੰਗਰੇਜ਼ੀ ਨਾ ਸਮਝ ਆਵੇ, ਉਹਨਾਂ ਦੋਵਾਂ ਦੇ ਵਿਚਾਲੇ ਦੁਭਾਸ਼ੀਆ ਹੋਵੇ ਜਿਹੜਾ ਅੰਗਰੇਜ਼ੀ ਵੀ ਪੜ੍ਹ ਜਾਣ ਸੁਣ ਲੈਂਦਾ ਹੈ ਤੇ ਪੰਜਾਬੀ ਵੀ, ਉਹਦੀ ਗੱਲ ਉਹਨੂੰ ਪੰਜਾਬੀ 'ਚ ਸਮਝਾ ਦੇਵੇ ਅੰਗਰੇਜ਼ ਦੀ, ਤੇ ਇੱਧਰਲੇ ਪੰਜਾਬੀ ਦੀ ਗੱਲ ਜਿਹੜਾ ਉਹਨੂੰ ਅੰਗਰੇਜ਼ੀ 'ਚ ਸਮਝਾ ਸਕੇ, ਉਹਨੂੰ ਦੁਭਾਸ਼ੀਆ ਆਖਦੇ ਆ। ਪਾਤਸ਼ਾਹ ਕਹਿੰਦੇ ਵੀ ਕਰਮ ਕਾਂਡ ਤੇ ਗਿਆਨ ਜਿਹੜਾ ਹੈ ਇਹ ਦੋਵਾਂ ਦੇ ਵਿੱਚ ਜਿਹੜੀ ਵਾਹਿਗੁਰੂ ਨਾਮ ਹੈ ਨਾ ਉਹ ਕਿਵੇਂ ਹੈ, ਜਿਵੇਂ ਇੱਕ ਜਹਾਜ਼ ਦੇ ਵਿੱਚ ਕੋਈ ਦੁਭਾਸ਼ੀਆ ਹੁੰਦਾ, ਵੀ ਵੰਨੀ ਵੰਨੀ ਦੇ ਵਪਾਰੀ ਦੇਸ਼ਾਂ ਦੇਸ਼ਾਂ ਦੇ ਜਹਾਜ਼ ਚੜ੍ਹੇ ਹੋਣ, ਇੱਕ ਦੂਜੇ ਦੀ ਬੋਲੀ ਨਾ ਉਹਨਾਂ ਨੂੰ ਸਮਝ ਆਵੇ, ਤੇ ਉਸ ਜਹਾਜ਼ ਵਿੱਚ ਜਿਹੜਾ ਕੋਈ ਦੁਭਾਸ਼ੀਆ ਹੁੰਦਾ ਹੈ। ਦੇਤ ਕਰਾਏ ਬਨਜ ਕੋ ਕਾਜ। ਉਹ ਦੋ ਜਿਹੜੇ ਵਪਾਰੀ ਹੁੰਦੇ ਉਹਨਾਂ ਗੱਲ ਤਾਂ ਸਮਝ ਨਹੀਂ ਆਉਂਦੀ, ਉਹਨਾਂ ਦਾ ਸੌਦਾ ਉਹ ਵਿਚਲਾ ਦੁਭਾਸ਼ੀਆ ਕਰਵਾਉਂਦਾ ਹੈ ਸਮਝਾ ਕਰਕੇ। ਤਿਮ ਸਤਨਾਮ ਮਹਾਭਿਰਾਮ। ਤੇ ਇਸ ਤਰ੍ਹਾਂ ਮਹਾਨ ਸੁੰਦਰ ਜਿਹੜਾ ਵਾਹਿਗੁਰੂ 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 ਨਾਮ ਹੈ ਇਹ ਭਾਈ ਦੁਭਾਸ਼ੀਏ ਵਰਗਾ ਹੈ। ਦੋਨਹ ਕੋ ਗਤ ਦੇ ਸੁਖ ਤਾਮ। ਜਿਵੇਂ ਦੋ ਵਪਾਰੀ ਲਾਹਾ ਕੱਢ ਲੈਂਦੇ ਦੁਭਾਸ਼ੀਏ ਦੇ ਕਾਰਨ ਵੀ ਉਹ ਸੌਦਾ ਕਰਕੇ ਮਾਇਆ ਕਮਾ ਲੈਂਦਾ, ਉਹਨੂੰ ਵਸਤੂ ਮਿਲ ਜਾਂਦੀ ਹੈ, ਕੰਮ ਸਾਰਾ ਦੁਭਾਸ਼ੀਏ ਨੇ ਕੀਤਾ ਉਹਨਾਂ ਦੇ ਵਿੱਚ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਵਾਹਿਗੁਰੂ ਨਾਮ ਜਿਹੜਾ ਉਹ ਦੁਭਾਸ਼ੀਏ ਵਰਗਾ ਹੈ। ਗਿਆਨ ਦਾ ਤੇ ਕਰਮਕਾਂਡ ਦਾ ਮੇਲ ਤਾਂ ਆਪਸ 'ਚ ਕੋਈ ਹੈ ਨਹੀਂ, ਪਰ ਜੇ ਇਹਨਾਂ ਦੋਹਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਹੋਵੇ ਨਾ ਤੇ ਕਰਮਕਾਂਡੀ ਵੀ ਲਾਹਾ ਲੈ ਜਾਂਦੇ ਆ ਤੇ ਗਿਆਨਵਾਨ ਗਿਆਨੀ ਲੋਕ ਵੀ ਲਾਹਾ ਲੈ ਲੈਂਦੇ ਆ। ਗਿਆਨੀ ਕੇ ਨਿਤ ਹੋਏ ਸਹਾਏ। ਕਿਉਂਕਿ ਜਿਹੜਾ ਗਿਆਨਵਾਨ ਹੈ ਵਾਹਿਗੁਰੂ ਨਾਮ ਜਿਹੜਾ ਗਿਆਨਵਾਨ ਦੀ ਸਦਾ ਸਹਾਇਤਾ ਕਰਦਾ, ਵੀ ਗਿਆਨ ਦੇ ਨਾਲ ਫਿਰ ਹੰਕਾਰ ਆਉਂਦਾ ਨਾ, ਤੇ ਜਿਹੜਾ ਵਾਹਿਗੁਰੂ ਨਾਮ ਹੈ ਨਾ ਉਹ ਗਿਆਨੀ ਨੂੰ ਵੀ ਚੰਗਾ ਹੈ ਕਿਉਂਕਿ ਉਹਦੇ ਵਿੱਚ ਹੰਕਾਰ ਨਹੀਂ ਆਉਣ ਦਿੰਦਾ ਹੈ। ਦ੍ਰਿੜ ਰਾਖਤ ਹੈ ਗਿਆਨ ਬਨਾਏ। ਤੇ ਗਿਆਨ ਦ੍ਰਿੜ ਪੱਕਾ ਬਣਾਈ ਰੱਖਦਾ ਹੈ। ਇਹ ਜਿਹੜਾ ਵਾਹਿਗੁਰੂ ਨਾਮ ਹੈ ਇਹ ਗਿਆਨ ਨੂੰ ਪੱਕਿਆਂ ਕਰਕੇ ਰੱਖਦਾ ਹੈ, ਸਿਥਲ ਨਹੀਂ ਹੋਣ ਦਿੰਦਾ ਹੈ। ਅਹੰ ਬ੍ਰਹਮ ਇਹ ਬਿਰਤ ਸਦੀਵਾ। ਤੇ ਸਦਾ ਇਹ ਬਿਰਤੀ ਬਣੀ ਰਹਿੰਦੀ ਗਿਆਨਵਾਨ ਲੋਕਾਂ ਦੀ ਵੀ ਅਹੰ ਬ੍ਰਹਮ, ਵੀ ਮੈਂ ਹੀ ਬ੍ਰਹਮ ਹਾਂ। ਇਹ ਕੌਣ ਬਣਾ ਕੇ ਰੱਖਦਾ ਬਿਰਤੀ? ਉਹ ਵਾਹਿਗੁਰੂ ਨਾਮ ਹੈ। ਬਿਸਰ ਨ ਦੇਤ ਪ੍ਰਪੱਕੈ ਥੀਵਾ। ਤੇ ਪਰਪੱਕਤਾ ਵਿੱਚ ਟਿਕਾਈ ਰੱਖਦਾ ਹੈ ਵਾਹਿਗੁਰੂ ਨਾਮ, ਉਹਨੂੰ ਅਹੰ ਬ੍ਰਹਮ ਵਾਲਾ ਜਿਹੜਾ ਉਹ ਬਿਰਤਾਂਤ ਹੈ ਉਹਦੀ ਬਿਰਤੀ ਉਹ ਵਿਸਰਨ ਨਹੀਂ ਦਿੰਦਾ ਹੈ। ਕਰਮਕਾਂਡੀ ਕੋ ਕਰ ਨਿਸ਼ਕਾਮ। ਤੇ ਵਾਹਿਗੁਰੂ ਨਾਮ ਜਿਹੜਾ ਉਹ ਕਰਮਕਾਂਡੀ ਨੂੰ ਵੀ ਬੜਾ ਫਲ ਦਿੰਦਾ ਹੈ। ਕਿਵੇਂ? ਕਰਮਕਾਂਡੀ ਨੂੰ ਨਿਸ਼ਕਾਮ ਬਣਾ ਕੇ ਰੱਖਦਾ, ਵੀ ਕਰਮਕਾਂਡ ਤਾਂ ਕਰਦਾ ਹੈ ਪਰ ਵਾਹਿਗੁਰੂ ਨਾਮ ਜਪਣ ਦੇ ਨਾਲ ਕਾਮਨਾ ਕੋਈ ਨਹੀਂ ਰਹਿੰਦੀ ਹੈ। ਅੰਤఃਕਰਣ ਬਿਮਲ ਅਭਿਰਾਮ। ਤੇ ਸੁੰਦਰ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ ਮਨ ਬੁੱਧ ਚਿੱਤ ਉਸ ਦਾ ਨਾਮ ਨਾਲ। ਬਹੁਰ ਗਿਆਨ ਕੀ ਪ੍ਰਾਪਤ ਕਰੈ। ਤੇ ਫਿਰ ਕਰਮਕਾਂਡੀ ਵੀ ਬਾਅਦ ਵਿੱਚ ਗਿਆਨ ਹੀ ਪ੍ਰਾਪਤ ਕਰ ਲੈਂਦਾ ਹੈ ਨਿਸ਼ਕਾਮ ਹੋ ਕਰਕੇ। ਸ਼ਕਤ ਵਿਸ਼ਾਲ ਨਾਮ ਪ੍ਰਭ ਧਰੈ। ਇਸ ਲਈ ਭਾਈ ਚਾਹੇ ਕਰਮਕਾਂਡੀ ਕੋਈ ਤੇ ਚਾਹੇ ਗਿਆਨੀ ਹੈ, ਗਿਆਨਵਾਨ ਦੋਵਾਂ ਨੂੰ ਨਾਮ ਦੀ ਲੋੜ ਪੈਂਦੀ ਹੈ। ਤੋ ਕਰਮਕਾਂਡੀ ਨੂੰ ਨਾਮ ਨਿਸ਼ਕਾਮ ਬਣਾਉਂਦਾ ਹੈ ਤੇ ਗਿਆਨੀ ਨੂੰ ਹੰਕਾਰ ਨਹੀਂ ਆਉਣ ਦਿੰਦਾ।
ਨਾਮ ਦੀ ਸ਼ਕਤੀ ਇਹਨਾਂ ਦੋਹਾਂ ਤੋਂ ਵੱਡੀ ਹੈ। ਤਾਂ ਤੇ ਤਮਹਾ ਵਾਹਿਗੁਰੂ ਨਾਮ। ਇਸ ਕਰਕੇ ਭਾਈ ਕਰਮ ਕਾਂਡ ਗਿਆਨ ਨੂੰ ਛੱਡੋ, ਤੁਸੀਂ ਵਾਹਿਗੁਰੂ 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 ਨਾਮ ਜਪਿਆ ਕਰੋ। ਸਿਮਰਨ ਕਰਹ ਲਹ ਸੁਖ ਧਾਮ। ਉਸ ਪਰਮੇਸ਼ਰ ਦਾ ਸਿਮਰਨ ਕਰੋ ਤੇ ਉਹ ਪਰਮੇਸ਼ਰ ਜਿਹੜਾ ਸਾਰੇ ਸੁੱਖਾਂ ਦਾ ਘਰ ਹੈ ਉਹਨੂੰ ਪ੍ਰਾਪਤ ਕਰ ਲਵੋਗੇ। ਸੁਣ ਤਿਨ ਗੁਰ ਤੇ ਨਾਮ ਸੰਭਾਰਾ। ਪਾਤਸ਼ਾਹ ਤੋਂ ਸੁਣ ਕੇ ਇਹਨਾਂ ਨੇ ਫਿਰ ਪੱਕੀ ਠਾਣ ਲਈ, ਦਿਨ ਰਾਤ ਨਾਮ ਵਾਹਿਗੁਰੂ 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 ਸਿਮਰਨ ਕਰਦੇ ਹਨ। ਅੰਤ ਪਰਮ ਪਦ ਲਹਿਓ ਸੁਖਾਰਾ। ਤੇ ਅੰਤਲੇ ਸਮੇਂ ਪਰਮ ਪਦਵੀ ਸੌਖੀ ਪ੍ਰਾਪਤ ਕੀਤੀ ਹੈ। ਇੱਕ ਘੜੀਅਲ ਅਰ ਮਥੁਰਾ ਦਾਸ। ਇੱਕ ਗੜੀਅਲ ਨਾਮ ਦਾ ਸਿੱਖ ਹੈ, ਦੂਸਰੇ ਦਾ ਨਾਮ ਭਾਈ ਮਥੁਰਾ ਦਾਸ ਹੈ। ਆਏ ਦਰਸ ਕੀਨੋ ਗੁਰ ਪਾਸ। ਗਰੀਬ ਨਵਾਜ ਦੇ ਪਾਸ ਪਹੁੰਚ ਕਰ ਦਰਸ਼ਨ ਦੀਦਾਰ ਕੀਤੇ ਹਨ। ਢੋ ਵਹਿ ਪੋਟ ਕਿਰਤ ਇਹੋ ਧਰੈ। ਤੇ ਇਹ ਕੰਮ ਕੀ ਕਰਦੇ ਸੀ ਭਾਈ ਗੜੀਅਲ ਤੇ ਮਥੁਰਾ ਦਾਸ? ਇਹ ਜਿਵੇਂ ਹੁਣ ਤਾਂ ਕੂਆ ਕਿਰਾਏ ਦੇ ਹੈ ਆ, ਜਿਵੇਂ ਮਜ਼ਦੂਰ ਕਰਦੇ ਆ ਜਾਂ ਕੂਆ ਬੜੇ ਸਾਧਨ ਚੱਲੇ ਆ, ਇਹ ਪੰਡਾਂ ਢੋਂਦੇ ਸੀ ਭਾਰ। ਜਿਵੇਂ ਕਿਸੇ ਦੇ ਘਰ ਦਾ ਸਮਾਨ ਕਿਸੇ ਨੇ ਬਾਜ਼ਾਰੋਂ ਖਰੀਦਣਾ ਹੈ ਤੇ ਇਹ ਜਿਵੇਂ ਜਿਹਨੂੰ ਕੁਲੀ ਕਹਿ ਦਿੰਦੇ ਆ, ਉਹ ਸਟੇਸ਼ਨਾਂ 'ਤੇ ਸਮਾਨ ਢੋਂਦੇ ਆ। ਇਹ ਦੂਰੋਂ ਨੇੜਿਓਂ ਚੰਗੇ ਤਗੜੇ ਹੱਟੇ ਕੱਟੇ ਸਨ ਤੇ ਲੋਕਾਂ ਦੀਆਂ ਪੰਡਾਂ ਜਾਂ ਕੋਈ ਸਮਾਨ ਹੁੰਦਾ ਸੀ ਭਾਰਾ, ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਂਦੇ ਤੇ ਪੈਸੇ ਲੈਂਦੇ ਸਨ। ਗੁਰ ਸਿੱਖੀ ਕੋ ਧਾਰਨ ਕਰੈ। ਤੇ ਉਹ ਕਵੀ ਜੀ ਕਹਿੰਦੇ ਹੈ ਗਰੀਬ ਸਨ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬੜੇ ਸਿਦਕੀ ਸਿੱਖ ਹਨ। ਸੁਤ ਬਨਿਤਾ ਜੁਤ ਸਿੱਖਣ ਸੇਵੈ। ਸਿੱਖਾਂ ਦੀ ਸੇਵਾ ਕਰਨ ਵਿੱਚ ਬੜੇ ਤਿਆਰ-ਬਰ ਤਿਆਰ ਰਹਿੰਦੇ। ਇਹਨਾਂ ਦੀ ਪਤਨੀ ਵੀ ਤੋ ਇਹਨਾਂ ਦੇ ਬੱਚੇ ਬਾਲ ਵੀ ਸਿੱਖਾਂ ਦੀ ਸੇਵਾ ਕਰਦੇ ਆ। ਜਥਾ ਸ਼ਕਤ ਭੋਜਨ ਪਟ ਦੇਵੈ। ਜਿੰਨੀ ਕੋਈ ਸ਼ਕਤੀ ਪੈਂਦੀ ਆ ਨਾ, ਹੈ ਤਾਂ ਗਰੀਬ ਪਰ ਜਿੰਨਾ ਕੋ ਬਲ ਪੈਂਦਾ ਦਸਵੰਧ ਕੱਢ ਕੇ ਲੰਗਰ ਵੀ ਛਕਾਉਂਦੇ ਸਿੱਖਾਂ ਸੰਗਤਾਂ ਨੂੰ, ਆਏ ਗਏ ਨੂੰ, ਭੁੱਖੇ ਨੰਗੇ ਨੂੰ ਕੱਪੜਾ ਵੀ ਦਿੰਦੇ ਹਨ। ਨਿਜ ਕੁਟੰਬ ਸੋ ਕਹਿਓ ਬਨਾਈ। ਤੇ ਜਦੋਂ ਇਹ ਜਾਂਦੇ ਸੀ ਨਾ ਕਿਤੇ ਦੂਰ, ਇਹ ਆਪਣੇ ਕੰਮਕਾਰ 'ਚ ਤੇ ਆਪਣੇ ਪਤਨੀ ਨੂੰ ਤੇ ਜਾਂ ਆਪਣੇ ਬੱਚਿਆਂ ਨੂੰ ਵੀ ਕਹਿ ਜਾਂਦੇ ਆ, ਹਮ ਪੀਛੇ ਜੇ ਕੋ ਸਿੱਖ ਆਈ। ਵੀ ਸਾਡੇ ਘਰੋਂ ਜਾਣ ਤੋਂ ਬਾਅਦ ਜੇ ਕਿਤੇ ਕੋਈ ਗੁਰੂ ਕਾ ਸਿੱਖ ਤੁਹਾਨੂੰ ਆਇਆ ਦਿਸ ਜਾਂਦਾ ਹੈ, ਜਿਮ ਹਮ ਸੇਵੈ ਤਿਮ ਤੁਮ ਸੇਵਾ। ਜਿਵੇਂ ਅਸੀਂ ਸੇਵਾ ਕਰਦੇ ਆ ਨਾ ਗੁਰੂ ਕੇ ਸਿੱਖ ਦੀ, ਸਾਡੇ ਜਾਣ ਤੋਂ ਬਾਅਦ ਵੀ ਕੋਈ ਇਸ ਘਰ ਚੋਂ ਭੁੱਖਾ ਨਾ ਮੁੜੇ, ਨੰਗਾ ਨਾ ਵਾਪਸ ਜਾਵੇ। ਭੋਜਨ ਬਸਨ ਦੇਖ ਕਰ ਦੇਵਾ। ਹਾਂ, ਜਿੰਨਾ ਵੀ ਹੋ ਸਕੇ ਗੁਰੂ ਕਾ ਸਿੱਖ ਵੇਖਣਾ, ਜੇ ਕੋਈ ਜਾਂ ਹੋਰ ਕੋਈ ਭੁੱਖਾ ਨੰਗਾ ਵੇਖੋ ਉਹਨੂੰ ਬਸਤਰ ਤੇ ਭੋਜਨ ਜ਼ਰੂਰ ਦੇਣਾ, ਛਕਾਉਣਾ ਹੈ। ਤਬ ਸਿੱਖਣ ਗਨ ਗੁਰ ਕੇ ਪਾਸ। ਉਹ ਇਸ ਤਰ੍ਹਾਂ ਸਾਰੇ ਸਿੱਖਾਂ ਨੇ ਪਾਤਸ਼ਾਹ ਮਹਾਰਾਜ ਦੇ ਪਾਸ ਦੋਨਾਂ ਕੋ ਕੀਓ ਸੁਜਾਸ ਪ੍ਰਕਾਸ਼। ਜਦੋਂ ਇਹ ਮਹਾਰਾਜ ਦੇ ਪਾਸ ਆਏ ਨਾ ਤੇ ਸੰਗਤਾਂ ਨੇ ਮਹਾਰਾਜ ਨੂੰ ਦੱਸਿਆ ਪਾਤਸ਼ਾਹ ਵੀ ਉਹ ਦੋਵੇਂ ਸਿੱਖ ਹੈ, ਭਾਈ ਗੜੀਅਲ ਜੀ ਤੇ ਭਾਈ ਮਥੁਰਾ ਜੀ, ਹੈ ਬਹੁਤ ਗਰੀਬ ਪਰ ਆਪਦੇ ਘਰੋਂ ਕਿਸੇ ਸਿੱਖ ਨੂੰ ਭੁੱਖਾ ਨੰਗਾ ਨਹੀਂ ਮੁੜਨ ਦਿੰਦੇ ਪਾਤਸ਼ਾਹ। ਇਸ ਤਰ੍ਹਾਂ ਸਿੱਖਾਂ ਨੇ ਇਹਨਾਂ ਦੀ ਵਡਿਆਈ ਪਾਤਸ਼ਾਹ ਕੋਲ ਕੀਤੀ ਹੈ। ਸੇਵਾ ਕੇ ਰੰਗ ਮਹਿ ਇਹ ਰਾਤੇ। ਮਹਾਰਾਜੇ ਬੜੇ ਗੁਰਮੁਖ ਪਿਆਰੇ ਤੁਹਾਡੇ ਸਿਦਕੀ ਸਿੱਖ ਹੈ, ਘਰ ਦੇ ਗਰੀਬ ਹੈ ਪਰ ਹਿਰਦੇ ਦੇ ਬੜੇ ਅਮੀਰ ਹਨ, ਬੜੇ ਸੇਵਾ ਦਾ ਰੰਗ ਇਹਨਾਂ ਨੂੰ ਚੜਿਆ ਹੈ। ਤੁਮ ਸਮ ਲਖੈ ਜੋ ਸਿੱਖ ਘਰ ਜਾਤੇ। ਇਹਨਾਂ ਦੇ ਘਰ ਵਿੱਚ ਜੋ ਕੋਈ ਸਿੱਖ ਚਲਾ ਜਾਂਦਾ ਹੈ ਨਾ, ਇਹਨਾਂ ਨੂੰ ਇਉਂ ਲੱਗਦਾ ਵੀ ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆ ਗਏ ਹਨ। ਸੁਨ ਬਹੁ ਖੁਸ਼ੀ ਕੀਨ ਤਿਸ ਕਾਲ। ਸੁਣ ਕੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਇਹੋ ਜਿਹੇ ਸਿੱਖਾਂ ਤੇ ਖਾਲਸਾ ਜੀ ਕਾਹਨੂੰ ਨਾ ਮਹਾਰਾਜ ਪ੍ਰਸੰਨ ਹੋਣ, ਤੋ ਬੜੇ ਖੁਸ਼ ਹੋਏ ਸਤਿਗੁਰੂ ਸਾਹਿਬ। ਜਨਮ ਮਰਨ ਤਜ ਭਏ ਨਿਹਾਲ। ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਗੁਰਮੁਖ ਤਾਂ ਜੰਮਣ ਮਰਨ ਨੂੰ ਛੱਡ ਕਰਕੇ ਤੇ ਨਿਹਾਲ ਹੋ ਜਾਂਦੇ ਹਨ, ਪਵਿੱਤਰ ਕਿਰਤਾਰਥ। ਸਕਲ ਸ਼ਕਤ ਜੁਤ ਤਤ ਛਿਨ ਭਏ। ਤੋ ਮਹਾਰਾਜ ਨੇ ਬੜੀ ਦਇਆ ਕੀਤੀ, ਮਿਹਰ ਭਰੀ ਦ੍ਰਿਸ਼ਟੀ ਮਾਰੀ, ਇਹ ਦੋਵੇਂ ਬਹੁਤ ਸ਼ਕਤੀਆਂ ਸਹਿਤ ਤਤ ਛਿਨ ਹੋ ਗਏ ਹਨ। ਅੰਤ ਪਰਮ ਪਦ ਸੋ ਮਿਲ ਗਏ। ਤੇ ਅੰਤਲੇ ਸਮੇਂ ਪਰਮ ਪਦਵੀ ਮਿਲ ਗਈ ਹੈ। ਗੰਗਾ ਸਹਿਗਲ ਜੋਧਾ ਮਹਾ। ਭਾਈ ਗੰਗਾ ਜੀ ਸਹਿਗਲ ਜਾਤ ਗੋਤਰ ਦੇ ਤੇ ਇੱਕ ਭਾਈ ਜੋਧਾ ਜੀ ਬੜੇ ਮਹਾਨ ਹਨ। ਆਇਓ ਸ਼੍ਰੀ ਅਰਜਨ ਜੀ ਜਹਾਂ। ਜਾਂ ਭਾਈ ਗੰਗਾ ਜੀ ਸਹਿਗਲ ਬੜੇ ਸੂਰਮੇ
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ ਬੰਦਨ ਕਰ ਬੈਠਿਓ ਜਬ ਪਾਸ। ਤੇ ਪਾਤਸ਼ਾਹ ਦੇ ਪਾਸ ਬਹਿ ਗਿਆ ਨਾ ਜਦੋਂ ਭਾਈ ਗੰਗਾ ਸਹਿਗਲ ਮੱਥਾ ਟੇਕ ਬੰਦਨਾ ਕਰਕੇ। ਸ੍ਰੀ ਮੁਖ ਤੇ ਤਬ ਕੀਨ ਪ੍ਰਕਾਸ਼। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਇਸ ਗੰਗਾ ਜੀ ਨੂੰ ਸ਼੍ਰੀ ਕੰਠ ਤੋਂ ਇਸ ਤਰ੍ਹਾਂ ਆਖਣਾ ਕੀਤਾ ਹੈ। ਤੁਮ ਮਲੇਛ ਕੇ ਚਾਕਰ ਅਹੋ। ਮਹਾਰਾਜ ਕਹਿੰਦੇ ਭਾਈ ਗੰਗਾ ਜੀ ਸਹਿਗਲ ਹੋ ਤਾਂ ਤੁਸੀਂ ਯੋਧੇ, ਭਾਈ ਗੰਗਾ ਜੀ ਹੈ ਤਾਂ ਤੂੰ ਯੋਧਾ, ਪਰ ਨੌਕਰ ਬੜੇ ਮਾੜੇ ਬੰਦੇ ਦਾ ਹੈ, ਵੀ ਤੂੰ ਬੜੇ ਮਲੇਸ਼ ਪਾਪੀ ਦੀ ਨੌਕਰੀ ਕਰਦਾ ਹੈ। ਇਹੋ ਕੁਛ ਭਲੀ ਬਾਤ ਨਹਿ ਲਹੋ। ਵੀ ਇਹ ਚੰਗੀ ਗੱਲ ਨਾ ਜਾਣ ਵੀ ਉਹ ਪਾਪ ਕਰੂ ਤੇ ਨੌਕਰੀ ਤੇਥੋਂ ਕਰਾਉਂਦਾ ਤੇ ਤੈਨੂੰ ਵੀ ਪਾਪ ਵਾਸਤੇ ਪ੍ਰੇਰੇਗਾ। ਵੀ ਗੁਰੂ ਕਾ ਸਿੱਖ ਨੌਕਰੀ ਕਰੇ ਤੇ ਉਹ ਵੀ ਭਲੇ ਪੁਰਸ਼ ਦੀ ਕਰੇ, ਪਾਪੀ ਦੀ ਕਰੇਗਾ ਤੇ ਉਹ ਪੈਸੇ ਦਾ ਲਾਲਚ ਦੇ ਕੇ ਨਾਲੇ ਆਪ ਪਾਪ ਕਰਦਾ ਤੇ ਧੱਕੇ ਨਾਲ ਪਾਪ ਕਰਾਵੇਗਾ ਵੀ ਮੇਰੀ ਨੌਕਰੀ ਕਰਦਾ। ਕਿਉਂਕਿ ਜਿਹਦਾ ਕੰਮ ਹੀ ਪਾਪ ਕਰਨਾ ਹੈ ਤੇ ਉਹਦੀ ਨੌਕਰੀ ਪਾਪ ਹੀ ਕਰੇਗਾ ਨਾ, ਉਹ ਥੋਥੋਂ ਵੀ ਕਰਾਵੇਗਾ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਕਿ ਚੰਗੀ ਬਾਤ ਨਹੀਂ ਹੈ। ਜੇ ਤੁਮ ਕਹੋ ਜੀਵ ਕਾ ਨਾਹੀ। ਕਹਿੰਦਾ ਮਹਾਰਾਜ ਫਿਰ ਕੀ ਕਰੀਏ, ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਤੋ ਸਤਿਗੁਰੂ ਦਿਆਲੂ ਕਿਰਪਾਲੂ ਕਹਿੰਦੇ ਭਾਈ ਜੇ ਤੈਨੂੰ ਲੱਗਦਾ ਹੈ ਵੀ ਤੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਣਾ, ਹੋਰ ਕੋਈ ਤੇਥੋਂ ਨੌਕਰੀ ਨਹੀਂ ਹੁੰਦੀ ਹੈ, ਰਹੀ ਹੈ ਸ਼੍ਰੀ ਹਰਗੋਬਿੰਦ ਪਾਹੀ। ਤੇ ਤੁਸੀਂ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦੇ ਨਾਲ ਰਹਿ ਸਕਦੇ ਹੋ। ਜਿਵੇਂ ਕਿਉਂਕਿ ਯੋਧਾ ਬਹੁਤ ਸੀ ਭਾਈ ਗੰਗਾ ਜੀ ਸਹਿਗਲ, ਤੇ ਤੁਸੀਂ ਸ਼ਾਸਤਰ ਧਾਰੀ ਹੋ ਕੇ ਹਰਗੋਬਿੰਦ ਸਾਹਿਬ ਸਾਡੇ ਸਾਹਿਬਜ਼ਾਦਿਆਂ ਦੇ ਨਾਲ ਰਹਿ ਸਕਦੇ ਹੋ। ਹੋਏ ਸਗਰੇ ਪਰਿਵਾਰ ਗੁਜ਼ਾਰਾ। ਤੇ ਇਹਨਾਂ ਦੇ ਨਾਲ ਸ਼ਾਮਲ ਰਹੋ ਤੇ ਤੁਹਾਡੇ ਸਾਰੇ ਪਰਿਵਾਰ ਦਾ ਗੁਜ਼ਾਰਾ ਗੁਰੂ ਘਰੋਂ ਹੋ ਜਾਵੇਗਾ। ਅਰ ਸਿਮਰਹੁ ਸਤਨਾਮ ਸੰਭਾਰਾ। ਤੇ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਨੌਕਰੀ ਕਰੋ ਤੇ ਨਾਲੇ ਇੱਥੇ 2 ਵੇਲੇ ਕੀਰਤਨ ਕਥਾ ਸੁਣੋ ਤੇ ਨਾਲੇ ਵਾਹਿਗੁਰੂ 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 ਦਾ ਸਿਮਰਨ ਸੰਭਾਲ ਲਓ। ਪਾਪੀ ਕੋਲ ਪਾਪ ਕਰਨ ਤੋਂ ਬਿਨਾ ਹੋਰ ਕੁਝ ਨਹੀਂ ਹੋਣਾ। ਦੁਨੀਆ ਕੇ ਕਾਰਜ ਹੋਏ ਪੂਰੇ। ਤੇ ਦੁਨੀਆ ਦੇ ਕਾਰਜ ਵੀ ਤੇਰੇ ਪੂਰੇ ਹੋ ਜਾਣਗੇ। ਤੇਰੀ ਪਤਨੀ ਦਾ ਜਾਂ ਬੱਚਿਆਂ ਪਰਿਵਾਰ ਦਾ ਖਰਚਾ ਵੀ ਚੱਲੀ ਜਾਊ ਤੇ ਨਾਲ ਪਰਮੇਸ਼ਰ ਵਿੱਚ ਵੀ ਜੁੜਿਆ ਰਹੇਗਾ। ਦੀਨ ਵਿਖਾਏ ਉਜਲ ਮੁਖ ਰੂਰੇ। ਤੇ ਆਪਦੇ ਦੀਨ ਧਰਮ ਵਿੱਚ ਵੀ ਪੂਰਾ ਰਹੇਗਾ। ਮੁਖ ਤੇਰਾ ਦਰਗਾਹੇ ਉਜਲਾ ਹੋਵੇਗਾ ਸੁੰਦਰ। ਸੁਣ ਗੰਗਾ ਸਹਿਗਲ ਹਰ ਖਾਇਓ। ਤੋ ਸੁਣ ਕੇ ਭਾਈ ਗੰਗਾ ਜੀ ਸਹਿਗਲ ਬੜਾ ਖੁਸ਼ ਹੋਇਆ ਹੈ। ਦੁਹੂ ਲੋਕ ਮਹਿ ਗੁਰ ਅਪਨਾਇਓ। ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਨੇ ਇਹਨੂੰ 2 ਲੋਕਾਂ ਵਿੱਚ ਅਪਣਾਇਆ, ਨਾਲੇ ਇੱਥੇ ਜਗ੍ਹਾ ਦਿੱਤੀ ਨਾਲੇ ਪਰਲੋਕ ਵਿੱਚ ਰੱਖਿਆ ਕੀਤੀ ਹੈ। ਇਸ ਤੇ ਅਪਰਣ ਆਛੀ ਬਾਤ। ਗਰੀਬ ਨਵਾਜ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਇਸ ਤੋਂ ਵੱਡੀ ਗੱਲ ਹੁਣ ਹੋਰ ਕੀ ਹੋ ਸਕਦੀ ਹੈ, ਵੀ ਤੁਹਾਡੇ ਤਾਂ ਦਰਸ਼ਨਾਂ ਨੂੰ ਤਰਸੀ ਦਾ, ਜੇ ਨੌਕਰੀ ਤੁਹਾਡੇ ਘਰ ਮਿਲ ਜਾਵੇ ਇਦੋਂ ਚੰਗਾ ਹੋਰ ਕੀ ਹੈ। ਰਹਿਤ ਭਇਓ ਸੂਰਾ ਬਖਿਆਤ। ਕਵੀ ਜੀ ਕਹਿੰਦੇ ਪ੍ਰਗਟ ਪ੍ਰਤਾਖੀ ਬੜਾ ਸੂਰਮਾ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਰਹਿਣ ਲੱਗ ਪਿਆ ਹੈ। ਰਣ ਰਚ ਸ਼੍ਰੀ ਹਰਗੋਬਿੰਦ। ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਵੱਡੇ ਹੋਏ ਨਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ, ਤੇ ਜਦੋਂ ਫਿਰ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਜੰਗ ਲੜੇ, ਉਹਨਾਂ ਜੰਗਾਂ ਦੇ ਵਿੱਚ ਵੀ ਭਾਈ ਗੰਗਾ ਜੀ ਸਹਿਗਲ ਨਾਲ ਰਹੇ ਸਨ। ਹਤੇ ਤੁਰਕ ਬਹੁਬਲੀ ਬਿਲੰਕ। ਗੁਰੂ ਹਰਗੋਬਿੰਦ ਸਾਹਿਬ ਜੀਆਂ 4 ਜੰਗਾਂ ਲੜੀਆਂ। ਜਿਵੇਂ ਆ ਖਾਲਸਾ ਕਾਲਜ ਆ ਨਾ ਜਿੱਥੇ ਅੰਮ੍ਰਿਤਸਰ ਸਾਹਿਬ ਵਾਲਾ, ਇੱਥੇ ਜੰਗ ਹੋਈ। ਇਸ ਜੰਗ ਵਿੱਚ ਵੀ ਭਾਈ ਗੰਗਾ ਜੀ ਸਹਿਗਲ ਜੀਆਂ ਬੜੇ ਜੌਹਰ ਵਿਖਾਏ ਸੀ ਆਪਣੇ ਤਲਵਾਰ ਦੇ, ਤੇ ਬੜੇ ਦੁਸ਼ਟਾਂ ਨੂੰ ਗਲਣਾ ਕੀਤਾ, ਮੌਤ ਦੇ ਘਾਟ ਉਤਾਰਿਆ, ਬੜੀ ਸੂਰਬੀਰਤਾ ਨਾਲ ਲੜੇ ਸਨ। ਨਹੀਂ ਪੀਠ ਰਿਪ ਕੋ ਦਿਖਰਾਈ। 4 ਜੰਗ ਦੇ ਮੈਦਾਨ ਵਿੱਚ ਫਿਰ ਬੜਾ ਯੁੱਧ ਕੀਤਾ ਭਾਈ ਗੰਗਾ ਜੀ ਸਹਿਗਲ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ। ਕਦੇ ਜੰਗ ਦੇ ਮੈਦਾਨ 'ਚ ਪਿੱਠ ਨਾ ਵਿਖਾਈ। ਇਮ ਕਰਤੇ ਨੇ ਸ਼ੁਭਗਤ ਪਾਈ। ਇਸ ਤਰ੍ਹਾਂ ਕਰਦੇ ਹੋਏ ਭਾਈ ਗੰਗਾ ਜੀ ਸਹਿਗਲ ਨੂੰ ਬੜੀ ਸ਼ੁਭ ਗਤੀ ਕਲਿਆਣ ਅੰਤਲੇ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਮਿਲੀਆਂ ਹਨ। ਅਪਰ ਅਨੇਕ ਸੂਰਮਾ ਆਏ। ਇਹ ਜਦੋਂ ਭਰਤੀ ਹੋ ਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਆ ਕੇ, ਪਹਿਲਾਂ ਸਾਰਿਆਂ ਤੋਂ ਇਹੀ ਆਇਆ ਸੀ ਗੰਗਾ ਜੀ ਸਹਿਗਲ। ਇਹਨੂੰ ਵੇਖ ਵੇਖ ਕੇ ਬੜੇ ਬੜੇ ਸੂਰਮੇ ਵੀ ਲਾਗਿਓ ਨੌਕਰੀ ਕਰਨ ਵਾਸਤੇ, ਨਾਲੇ
ਨਾਮ ਬਾਣੀ ਪੜਨ ਜਪਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ ਆਉਣ ਲੱਗ ਪਏ ਆ। ਬਿਖ ਗੰਗੇ ਕਹ ਮੋਦ ਬਢਾਏ। ਉਹਨਾਂ ਦੇ ਮਨ ਵਿੱਚ ਬੜਾ ਆਨੰਦ ਵਧਿਆ ਜਦੋਂ ਭਾਈ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਫੌਜ ਵਿੱਚ ਭਰਤੀ ਆਣ ਹੋਏ ਸਨ। ਜੋ ਫਤਿਹ ਕਰੋ ਬਸ। ਤੋ ਇਸ ਤਰ੍ਹਾਂ ਬੜਾ ਜਿਹੜਾ ਭਾਈ ਗੰਗਾ ਜੀ ਨੂੰ ਸੱਚੇ ਪਾਤਸ਼ਾਹ ਜੀਆਂ ਦਇਆ ਕੀਤੀ ਹੈ। ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਨਾਲ ਅੰਗ ਰੱਖਿਅਕ ਵਜੋਂ ਸ਼ਿਕਾਰਾਂ 'ਤੇ ਚੜ੍ਹਦੇ ਰਹੇ। ਤੋ ਜੰਗਾਂ ਦੇ ਵਿੱਚ ਵੀ ਬੜਾ ਹੂਬਹੂ ਹਿੱਸਾ ਬੜਾ ਫੱਬ ਕਰਕੇ ਭਾਈ ਗੰਗਾ ਜੀ ਸਹਿਗਲ ਨੇ ਲਿਆ। ਬਹੁਤ ਭਾਰੀ ਸੂਰਮੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨਾਬੰਧੂ ਪਾਤਸ਼ਾਹ ਜੀਆਂ ਦੇ ਦਰ ਕਰਦੇ ਹੋਏ ਅੱਗੇ ਜਿਵੇਂ ਜਿਹੜੇ ਭਾਈ ਹਰਬੰਸ ਜੀ ਤਪੇ ਵਰਗੇ ਮਹਾਰਾਜ ਦੇ ਪਾਸ ਸ਼ੁਭ ਇੱਛਾ, ਸ਼ੁਭ ਕਲਿਆਣ ਅਤੇ ਸ਼ੁਭ ਉਪਦੇਸ਼ ਦੀ ਆਸਾ ਮਨਸਾ ਰੱਖ ਕੇ ਪਹੁੰਚਦੇ ਹੈ। ਸਤਿਗੁਰੂ ਜਿਵੇਂ ਦਇਆ ਕਰ ਕਰਕੇ ਸਾਰਿਆਂ ਦੇ ਝਗੜੇ ਚੁਕਾ ਰਹੇ ਹੈ। ਸਭ ਨੂੰ ਮਹਾਰਾਜ ਜੀ ਸੁੱਖ ਦਾ ਉਪਦੇਸ਼ ਬਖਸ਼ ਰਹੇ ਹੈ। ਉਹ ਪ੍ਰਸੰਗ ਆਪਾਂ ਅੱਗੇ ਜਿਵੇਂ ਆਉਣਗੇ ਵਿਚਾਰਾਂਗੇ। 2-4 ਪ੍ਰਸੰਗ ਸਿੱਖਾਂ ਦੇ ਰਹਿ ਗਏ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਦੀ ਸ਼ਹੀਦੀ ਦੇ ਕਾਰਨ ਚੱਲ ਪੈਣੇ ਆ। ਜਿਵੇਂ ਚੰਦੂ ਜਿਹੜਾ ਦੀਵਾਨ ਹੈ ਜਹਾਂਗੀਰ ਦੇ ਦਰਬਾਰ ਦਾ ਆਪਣੀ ਪੁੱਤਰੀ ਦਾ ਰਿਸ਼ਤਾ ਲੱਭਦਾ ਅਤੇ ਜਿਵੇਂ ਫਿਰ ਉਸ ਸਮੇਂ ਦੇ ਜਿਹੜੇ ਬ੍ਰਾਹਮਣ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਸ਼ਤਾ ਕਰ ਗਏ ਅਤੇ ਬਾਅਦ ਵਿੱਚ ਸੰਗਤਾਂ ਨੇ ਇਹ ਹੰਕਾਰ ਵੇਖ ਕੇ ਆਖਿਆ ਸੀ ਮਹਾਰਾਜ ਦਾ ਰਿਸ਼ਤਾ ਨਹੀਂ ਲੈਣਾ ਆਪਾਂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ। ਉਹ ਫਿਰ ਜਿਵੇਂ ਜਿਵੇਂ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨਾਲ ਈਰਖਾ ਕਰਨ ਲੱਗਿਆ। ਉਹ ਸਾਰਾ ਪ੍ਰਸੰਗ ਅੱਗੇ ਸਾਧ ਸੰਗਤ ਜੀ 1-2 ਦਿਨਾਂ ਵਿੱਚ ਉਹ ਸਾਰੇ ਪ੍ਰਸੰਗ ਸ਼ੁਰੂ ਹੋਣਗੇ। ਸਿੱਖਾਂ ਦੇ ਪ੍ਰਸੰਗ 1-2 ਰਹਿ ਗਏ। ਬਸ ਵਿਚਾਰ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ। ਪੁੱਲਾਂ ਦੀ ਖਿਮਾ ਆਪਦੇ ਸਭ ਸੰਗਤਾਂ ਦੇ ਦਰ ਹਾਜ਼ਰੇ ਸਤਿਗੁਰੂ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਨਹੀਂ ਪੀਠ ਰਿਪ ਕੋ ਦਿਖਰਾਈ ਏਮ ਕਰਤੇ ਨੇ ਸ਼ੁਭ ਗਤ ਪਾਈ। ਅਪਰ ਅਨੇਕ ਸੂਰਮਾ ਆਏ ਬਿਖ ਗੰਗੇ ਕਹ ਮੋਦ ਬਢਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ ਰਾਖਾ ਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਾ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰ ਨਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰ ਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।